ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਜਬ ਜਬ ਆਨ ਗਹਿ ਇਸ ਪ੍ਰਾਨੀ ਤਬ ਰਾਖਣ ਕੀ ਕਹਾਂ ਕਹਾਣੀ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠਿਆ ਸਤਿਕਾਰਯੋਗ ਸਤਸੰਗੀ ਜਨੋ। ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਰਸ ਆਪ ਜੀ ਨੇ ਸਰਵਣ ਕੀਤਾ ਹੈ। ਉਪਰੰਤ ਆਪ ਜੀਆਂ ਦੇ ਨਾਲ ਚੱਲ ਰਹੀ ਲੜੀਵਾਰ ਕਥਾ ਦੇ ਤਹਿਤ ਵਿਚਾਰਾਂ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਾਹਿਬਾਂ ਨੂੰ ਸੀਸ ਝੁਕਾਉਂਦੇ ਹਾਂ। ਫਤਿਹ ਪ੍ਰਵਾਨ ਪ੍ਰਵਾਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨਾਂ ਦੇ ਵਿੱਚ ਅਸੀਂ ਇੱਥੋਂ ਤੱਕ ਵਿਚਾਰ ਸਰਵਣ ਕਰਦੇ ਆ ਚੁੱਕੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੌਲਵੀ ਨੂੰ ਸਮਝਾਉਣਾ ਕਰਦੇ ਨੇ ਕਿ ਅਸਲ ਦੇ ਵਿੱਚ ਤੈਨੂੰ ਮੈਂ ਦੱਸਦਾ ਵੀ ਬੰਦਗੀ ਕਿਸ ਤਰ੍ਹਾਂ ਕਰਨੀ ਤੇ ਆਪਣਾ ਜੀਵਨ ਕਿਸ ਤਰ੍ਹਾਂ ਜਿਉਣਾ ਹੈ। ਤੇ ਇਸ ਦੇ ਪਰਥਾਏ ਪਾਤਸ਼ਾਹ ਜੀ ਨੇ ਜਿਹੜਾ ਮੌਲਵੀ ਨੂੰ ਸਮਝਾਉਣ ਦੀ ਖਾਤਰ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਸੀ ਰਾਗ ਤਿਲੰਗ ਦੇ ਵਿੱਚ। ਉਸ ਸ਼ਬਦ ਦਾ ਪਹਿਲਾ ਪਦਾ ਪਹਿਲਾ ਬੰਦ ਪਾਤਸ਼ਾਹ ਜੀ ਉਚਾਰਨ ਕਰਦੇ ਤੇ ਉਸ ਨੂੰ ਸਮਝਾਉਣਾ ਕਰਦੇ ਨੇ ਤੇ ਪਰਮਾਤਮਾ ਦੇ ਅੱਗੇ ਬੇਨਤੀ ਕਰਦੇ ਹੋਏ ਆਖਦੇ ਨੇ ਕਿ ਹੇ ਪਰਮਾਤਮਾ ਤੂੰ ਸੱਚਾ ਹੈ, ਤੂੰ ਵੱਡਾ ਹੈ, ਤੂੰ ਦਿਆਲੂ ਹੈ ਤੇ ਮੇਰੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾਈ। ਮੈਂ ਤੇਰੇ ਕੋਲੋਂ ਨਾਮ ਦੀ ਦਾਤ ਮੰਗਦਾ ਹੈ। ਤਾਂ ਇਸੇ ਤਰ੍ਹਾਂ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਆਖੇ
ਤੇ ਸਾਰਾ ਕੁਝ ਪਾਤਸ਼ਾਹ ਜੀ ਜਦੋਂ ਉਸ ਨੂੰ ਸਮਝਾਉਣਾ ਕਰਦੇ ਨੇ ਤੇ ਕਹਿੰਦੇ ਵੀ ਜਿਹੜਾ ਬੰਦਾ ਅਸਲ ਦੇ ਵਿੱਚ ਬੰਦਗੀ ਕਰਦਾ ਹੈ ਨਾ, ਪਰਮਾਤਮਾ ਦੀ ਆਰਾਧਨਾ ਕਰਦਾ ਹੈ, ਉਸ ਦਾ ਤਨ ਅਤੇ ਮਨ ਦੋਨੋਂ ਦੀਨ ਹੋ ਜਾਂਦੇ। ਉਹ ਤਨ ਅਤੇ ਮਨ ਪਰਮਾਤਮਾ ਨੂੰ ਅਰਪਣ ਕਰ ਦਿੰਦਾ ਹੈ। ਤੇ ਜਿਹੜਾ ਮਨੁੱਖ ਉਸ ਪਰਮਾਤਮਾ ਨੂੰ ਧਿਆਉਂਦਾ ਹੈ, ਜਦੋਂ ਪ੍ਰਭੂ ਉਸ ਦੇ ਉੱਤੇ ਦਿਆਲੂ ਹੋ ਜਾਂਦੇ, ਦਇਆਵਾਨ ਹੁੰਦਾ ਹੈ ਨਾ, ਤੇ ਨਾਮ ਦੇ ਕੇ ਮਨੁੱਖ ਨੂੰ ਉਤਾਰ ਦਿੰਦਾ ਹੈ ਉਹ ਪਰਮਾਤਮਾ। ਇਹ ਸਾਰਾ ਕੁਝ ਜਦੋਂ ਮੌਲਵੀ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਸਰਵਣ ਕੀਤਾ, ਤਾਂ ਸਾਰਾ ਕੁਝ ਸਰਵਣ ਕਰਨ ਤੋਂ ਬਾਅਦ ਉਹ ਮੌਲਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਨੂੰ ਆਖਦਾ ਹੈ ਕਿ ਤੁਸੀਂ ਧੰਨ ਹੋ, ਤੁਹਾਡੇ ਘਰ ਦੇ ਵਿੱਚ ਇਹ ਪੁੱਤਰ ਆਇਆ, ਇਹ ਪੁੱਤਰ ਧੰਨ ਹੈ ਤੁਹਾਡਾ, ਜਿਹੜਾ ਇਸ ਕਲਯੁਗ ਦੇ ਵਿੱਚ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਲੋਕਾਂ ਦਾ ਭਲਾ ਕਰਨਾ ਲੋਚਦਾ ਹੈ, ਲੋਕਾਂ ਦਾ ਭਲਾ ਕਰਨ ਬਾਰੇ ਸੋਚਦਾ ਹੈ, ਇਸ ਕਰਕੇ ਤੁਸੀਂ ਧੰਨ ਹੋ। ਤੇ ਇਸ ਕਰਕੇ ਫਿਰ ਮੌਲਵੀ ਆਖਦਾ ਹੈ ਕਿ ਤੁਹਾਡੇ ਜਿਹੜੇ ਘਰ ਦੇ ਜੀਅ ਨੇ ਨਾ, ਤੁਹਾਡੇ ਰਿਸ਼ਤੇਦਾਰ ਨੇ, ਸਕੇ ਸੰਬੰਧੀ ਨੇ, ਇਹ ਤੁਹਾਡੇ ਪਿਆਰ ਦੇ ਭੁੱਖੇ ਨੇ, ਇਹਨਾਂ ਨੂੰ ਤੁਹਾਡੇ ਪਿਆਰ ਦੀ ਪਿਆਸ ਲੱਗੀ, ਇਹਨਾਂ ਨੂੰ ਕੋਈ ਪਿਆਰ ਭਰੇ ਬਚਨ ਸਰਵਣ ਕਰਾਓ, ਇਹਨਾਂ ਦੇ ਲਈ ਕੁਝ ਉਚਾਰਨ ਕਰੋ। ਤੇ ਇਸ ਕਰਕੇ ਪਾਤਸ਼ਾਹ ਜੀ ਨੇ ਫਿਰ ਉਸ ਸ਼ਬਦ ਦਾ ਅਗਲਾ ਪਦਾ ਉਚਾਰਨ ਕੀਤਾ। ਤੇ ਫਿਰ ਪਾਤਸ਼ਾਹ ਜੀ ਉਸ ਨੂੰ ਸਮਝਾਉਣਾ ਕਰਦੇ ਨੇ ਕਿ ਹੇ ਮੌਲਵੀ, ਜਿਨ੍ਹਾਂ ਰਿਸ਼ਤੇਦਾਰਾਂ ਦੀ ਤੂੰ ਗੱਲ ਕਰਦਾ ਹੈ ਨਾ, ਚਾਹੇ ਉਹ ਮੇਰੇ ਪਿਤਾ ਨੇ, ਭਰਾ ਹੈ, ਚਾਚਾ ਹੈ, ਜਾਂ ਜਿੰਨੇ ਵੀ ਸਕੇ ਸੰਬੰਧੀ ਨੇ, ਕਹਿੰਦੇ ਇਹਨਾਂ ਦੇ ਨਾਲ ਜਿਹੜਾ ਪਿਆਰ ਪਾਉਣ ਬਾਰੇ ਤੂੰ ਕਹਿਣਾ ਨਾ ਵੀ ਇਹ ਤੁਹਾਡੇ ਪਿਆਰ ਦੇ ਤਰਸਾਏ ਹੋਏ ਨੇ, ਤੁਹਾਡਾ ਪਿਆਰ ਲੋਚਦੇ ਨੇ। ਤੇ ਮੌਲਵੀ ਉਸ ਮੌਲਵੀ ਨੂੰ ਸਮਝਾਉਣਾ ਕਰਦੇ ਨੇ ਪਾਤਸ਼ਾਹ ਜੀ, ਕਹਿੰਦੇ ਵੀ ਇਹ ਸਾਰਾ ਕੁਝ ਇਹਨਾਂ ਨਾਲ ਜਿਹੜਾ ਪਿਆਰ ਕਰਨਾ, ਪ੍ਰੇਮ ਪਾਉਣਾ, ਇਹ ਝੂਠਾ ਹੈ। ਇਹਨਾਂ ਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਦੇ ਤੋਂ ਚਲੇ ਜਾਣਾ, ਤੇ ਜਦੋਂ ਮੇਰਾ ਵੀ ਅੰਤ ਸਮਾਂ ਆਵੇਗਾ, ਇਹਨਾਂ ਨੇ ਕਿਸੇ ਨੇ ਵੀ ਮੇਰੀ ਸਹਾਇਤਾ ਨਹੀਂ ਕਰਨੀ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅੱਜ ਦੇ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਜਬ ਜਮ ਆਨ ਗਹਿ ਇਸ ਪ੍ਰਾਨੀ, ਤਬ ਰਾਖਣ ਕੀ ਕਹਾਣੀ। ਤੇ ਪਾਤਸ਼ਾਹ ਜੀ ਉਸ ਮੌਲਵੀ ਨੂੰ ਸਮਝਾਉਣਾ ਕਰਦੇ ਨੇ, ਤੇ ਤੂੰ ਤਾਂ ਆਖ ਰਿਹਾ ਵੀ ਇਹਨਾਂ ਦੇ ਨਾਲ ਪ੍ਰੀਤ ਪਾਓ, ਇਹਨਾਂ ਦੇ ਨਾਲ ਪਿਆਰ ਪਾਓ, ਇਹਨਾਂ ਦੇ ਨਾਲ ਆਪਣਾ ਜੀਵਨ ਨਿਰਵਾਹ ਕਰੋ। ਤੇ ਪਾਤਸ਼ਾਹ ਜੀ ਆਖਦੇ ਨੇ ਕਿ ਇਹਨਾਂ ਨੇ ਮੇਰੇ ਅੰਤਲੇ ਸਮੇਂ ਦੇ ਵਿੱਚ ਕਿਸੇ ਨੇ ਮੇਰੀ ਸਹਾਇਤਾ ਨਹੀਂ ਕਰਨੀ। ਜਦੋਂ ਮੌਤ ਆਉਂਦੀ ਹੈ, ਜਦੋਂ ਮੌਤ ਦਾ ਫਰਿਸ਼ਤਾ ਸਿਰ ਦੇ ਉੱਤੇ ਆਉਂਦਾ ਹੈ ਨਾ ਮੇਰਾ ਪਿਓ ਮੇਰੀ ਸਹਾਇਤਾ ਕਰੇਗਾ, ਨਾ ਮੇਰਾ ਭਰਾ, ਤੇ ਨਾ ਕੋਈ ਚਾਚਾ। ਤੇ ਇਹਨਾਂ ਦੇ ਨਾਲ ਜਿਹੜੀ ਕਹਿੰਦੇ ਪ੍ਰੀਤ ਕੀਤੀ ਹੋਈ ਨਾ, ਸਾਰੀ ਦੀ ਸਾਰੀ ਪ੍ਰੀਤ ਹੈ ਝੂਠੀ ਹੈ, ਦਿਖਾਵੇ ਦੀ ਪ੍ਰੀਤ ਹੈ। ਫਿਰ ਹੁਣ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ, ਜਬ ਜਮ ਆਣ ਗਏ ਇਸ ਪ੍ਰਾਣੀ, ਵੀ ਜਦ ਇਸ ਪ੍ਰਾਣੀ ਨੂੰ ਕਹਿੰਦੇ ਜਮ ਆ ਕੇ ਫੜਦੇ ਨੇ, ਜਦੋਂ ਪ੍ਰਾਣੀ ਦੇ ਸਿਰ ਦੇ ਉੱਤੇ ਜਮਾਂ ਦੀ ਮਾਰ ਪੈਂਦੀ ਹੈ ਨਾ, ਤਬ ਰਾਖਣ ਕੀ ਕਹਾਣੀ। ਤਾਂ ਇਸ ਨੂੰ ਜਦ ਜਮਾਂ ਦੀ ਮਾਰ ਪੈਣੀ ਹੈ, ਤਾਂ ਦੁਨਿਆਵੀ ਤੌਰ ਦੇ ਉੱਤੇ ਜਿਹੜਾ ਪਿਆਰ ਕੀਤਾ ਹੈ, ਜਾਂ ਦੁਨਿਆਵੀ ਤੌਰ ਦੇ ਉੱਤੇ ਧਨ ਦੌਲਤ ਇਕੱਠਾ ਕੀਤਾ ਹੈ, ਧਨ ਦੌਲਤ ਨੂੰ ਪਿਆਰ ਕੀਤਾ ਸੀ, ਤੇ ਫਿਰ ਪਾਤਸ਼ਾਹ ਜੀ ਕਹਿੰਦੇ ਜਦ ਜਮਾਂ ਨੇ ਆ ਕੇ ਇਸ ਨੂੰ ਫੜ ਲੈ ਕੇ ਜਾਣਾ ਹੈ, ਤੇ ਜਾਣਾ ਵੀ ਖਾਲੀ ਹੱਥ ਹੈ, ਤਾਂ ਫਿਰ ਇਸ ਧਨ ਨੂੰ ਇਕੱਠਾ ਕਰਨ ਦੀ ਕੀ ਲੋੜ ਹੈ? ਜਦ ਧਨ ਸਾਡੇ ਨਾਲ ਹੀ ਨਹੀਂ ਜਾਣਾ, ਤਾਂ ਫਿਰ ਇਸ ਨੂੰ ਇਕੱਠਾ ਕਰਨ ਦੀ ਕੀ ਲੋੜ ਹੈ? ਅੰਤ ਕਾਲ ਗਹਿ ਲੀਨ ਇਕਾਕੀ, ਤਬ ਤਕ ਕਬੀਰ ਹੋਏ ਕਿਆ ਤਾਂਕੀ। ਕਹਿੰਦੇ ਜਦੋਂ ਅੰਤ ਕਾਲ, ਅੰਤ ਸਮੇਂ, ਗਹਿਲੀਨ ਇਕਾਕੀ ਦਾ ਭਾਵ ਹੈ, ਇਕਾਕੀ ਦਾ ਭਾਵ ਹੁੰਦਾ ਇਕੱਲਾ, ਇੱਕ। ਜਦੋਂ ਕਹਿੰਦੇ ਯਮਾਂ ਨੇ ਅਖੀਰਲੇ ਸਮੇਂ ਇਸ ਨੂੰ ਇਕੱਲੇ ਨੂੰ ਹੀ ਫੜਨਾ ਹੈ, ਇਸ ਨੂੰ ਇਕੱਲੇ ਨੂੰ ਹੀ ਫੜ ਕੇ ਲੈ ਕੇ ਜਾਣਾ, ਇਹ ਨਹੀਂ ਦੇਖਣਾ ਵੀ ਇਹਦੇ ਪਿਓ ਦੇ ਨਾਲ ਕਿੰਨਾ ਪਿਆਰ ਸੀ, ਪਰਿਵਾਰ ਦੇ ਨਾਲ ਕਿਹੜੇ ਕਿਹੜੇ ਜੀਅ ਦੇ ਨਾਲ ਪਿਆਰ ਕੀਤਾ ਸੀ, ਚਾਹੇ ਉਹ ਆਤਮਿਕ ਮੌਤ ਵੀ ਹੋਵੇ। ਆਤਮਿਕ ਮੌਤ ਜਦੋਂ ਆਉਂਦੀ ਨਾ ਮਨੁੱਖ ਨੂੰ, ਜਦੋਂ ਮਨੁੱਖ ਦਾ ਮਨ ਮਰਦਾ, ਆਤਮਿਕ ਮੌਤ ਤੇ ਮਰਦਾ ਮਨੁੱਖ, ਤਾਂ ਅਗਲੀ ਆਤਮਿਕ ਮੌਤ ਵੇਲੇ ਮਨੁੱਖ ਨੂੰ ਇਹ ਨਹੀਂ ਦੇਖਿਆ ਜਾਂਦਾ ਵੀ ਉਸਨੇ ਦੁਨਿਆਵੀ ਤੌਰ ਦੇ ਉੱਤੇ ਕੀ ਕੁਝ ਇਕੱਠਾ ਕੀਤਾ ਸੀ, ਦੁਨਿਆਵੀ ਤੌਰ ਦੇ ਉੱਤੇ ਕੀ ਕੁਝ ਇਕੱਠਾ ਕੀਤਾ, ਕਿੰਨਾ ਧਨ ਇਕੱਠਾ ਕੀਤਾ। ਤੇ ਆਤਮਿਕ ਮੌਤ ਜਦੋਂ ਆਉਂਦੀ ਹੈ, ਧਨ ਨਹੀਂ ਦੇਖਦੀ, ਉਹ ਮਨੁੱਖ ਦੇ ਕਰਮਾਂ ਦੇ ਅਨੁਸਾਰ ਉਸ ਦੀ ਮੌਤ ਜੰਮਣ ਮਰਨ ਦੇ ਗੇੜ ਦੇ ਵਿੱਚ ਪਿਆ ਰਹਿੰਦਾ। ਤੇ ਇਸੇ ਤਰ੍ਹਾਂ ਫਿਰ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਿ ਅੰਤ ਕਾਲ ਦੇ ਸਮੇਂ ਜਮਾਂ ਨੇ ਤਾਂ ਇਕੱਲੇ ਨੂੰ ਫੜ ਕੇ ਲੈ ਕੇ ਜਾਣਾ, ਤਬ ਤੱਕ ਕਬੀਰ ਹੋਏ ਕਿਆ ਤਾਕੀ। ਤੇ ਫਿਰ ਬਚਣ ਵਾਸਤੇ ਉਹ ਕਿਹੜੀ ਤਦਬੀਰ ਹੋਵੇਗੀ, ਵੀ ਜਦੋਂ ਮੌਤ ਆਵੇਗੀ ਨਾ, ਉਹ ਕਿਹੋ ਜਿਹਾ ਕਾਰਜ ਹੋਵੇਗਾ ਜਿਸ ਕਾਰਜ ਦੇ ਨਾਲ ਅਸੀਂ ਇਸ ਮੌਤ ਤੋਂ ਬਚ ਸਕੀਏ। ਕਿਉਂਕਿ ਧਨ ਵੀ ਨਾਲ ਨਹੀਂ ਜਾਣਾ,
ਪਰਿਵਾਰ ਦੇ ਸੱਜਣ ਮਿੱਤਰ ਵੀ ਨਾਲ ਨਹੀਂ ਜਾਣੇ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਹੁਣ ਫਿਰ ਅਗਲਾ ਪ੍ਰਸੰਗ ਉਸ ਨੂੰ ਸਮਝਾਉਣਾ ਕਰਦੇ ਨੇ। ਚਲਨ ਸੰਗ ਜੋ ਸ਼੍ਰੀ ਹਰਿ ਰੰਗਾ, ਨਾਮ ਨਾ ਜਪਿਓ ਰਹਿਓ ਮਨ ਭੰਗਾ। ਤੇ ਕਹਿੰਦਾ ਜਿਹੜੇ ਇਸ ਸੰਸਾਰ ਦੇ ਉੱਤੇ ਨਾਲ ਜਾਣਾ ਸੀ ਨਾ ਸ਼੍ਰੀ ਹਰਿ ਰੰਗਾ, ਤੇ ਪਰਮਾਤਮਾ ਦਾ ਜਿਹੜਾ ਨਾਮ ਸੀ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਜਾਣਾ ਸੀ। ਮਨੁੱਖ ਨੇ ਆਪਣੇ ਮਨ ਨੂੰ ਉਸ ਪਰਮਾਤਮਾ ਦੇ ਨਾਮ ਦਾ ਰੰਗ ਚਾੜਨਾ ਸੀ। ਨਾਮ ਨਾ ਜਪਿਓ ਰਹਿਓ ਮਨ ਭੰਗਾ, ਪਰ ਕਹਿੰਦੇ ਮਨੁੱਖ ਨੇ ਨਾਮ ਜਪਣ ਦੀ ਬਜਾਏ ਨਾਮ ਨੂੰ ਛੱਡਿਆ, ਨਾਮ ਨੂੰ ਵਿਸਾਰਿਆ, ਚੰਗੇ ਗੁਣਾਂ ਨੂੰ ਜੀਵਨ ਦੇ ਅੰਦਰ ਧਾਰਨ ਨਹੀਂ ਕੀਤਾ। ਤੇ ਇਸ ਕਰਕੇ ਜਿਹੜਾ ਇਸ ਦਾ ਮਨ ਹੈ ਨਾ ਭੰਗ ਹੋਇਆ ਪਿਆ, ਮਨ ਜਿਹੜਾ ਹੈ ਨਸ਼ਟ ਹੋਇਆ ਪਿਆ, ਭਟਕਦਾ ਫਿਰਦਾ ਹੈ ਮਨ। ਪਾ ਅਨਾਥ ਜਮ ਮਾਰਗ ਮਾਹੀ, ਅਨਕ ਜਾਤ ਨਾ ਹੋਵੇ ਜਾਹੀ। ਤੇ ਇਸੇ ਤਰ੍ਹਾਂ ਫਿਰ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਿ ਮਨੁੱਖ ਇਸ ਚੰਚਲ ਮਨ ਦੇ ਖਾਤਰ ਪਰਮਾਤਮਾ ਦੇ ਨਾਲੋਂ ਵਾਂਝਾ ਰਹਿ ਗਿਆ, ਪਰਮਾਤਮਾ ਦੇ ਨਾਮ ਨੂੰ ਜੀਵਨ ਦੇ ਅੰਦਰ ਧਾਰਨ ਨਹੀਂ ਕੀਤਾ। ਤੇ ਇਸ ਦੇ ਫਿਰ ਮਨ ਦੀ ਦੁਰਦਸ਼ਾ ਇਹੋ ਜਿਹੀ ਹੋ ਗਈ ਵੀ ਜਿਸ ਤਰ੍ਹਾਂ ਕਿਸੇ ਬੱਚੇ ਦੇ ਸਿਰ ਦੇ ਉੱਤੇ ਮਾਂ-ਬਾਪ ਦਾ ਸਾਇਆ ਨਾ ਹੋਵੇ, ਕੋਈ ਬੱਚਾ ਅਨਾਥ ਹੋਵੇ। ਕਹਿੰਦੇ ਮਨ ਫਿਰ ਇਸ ਕਰਕੇ ਇਸ ਤਰ੍ਹਾਂ ਦਾ ਵਿਚਰਦਾ ਹੈ। ਤੇ ਜਦੋਂ ਫਿਰ ਕਹਿੰਦੇ ਜੰਮ ਆ ਕੇ ਇਸ ਨੂੰ ਲੈ ਕੇ ਜਾਂਦੇ ਨੇ ਤਾਂ ਇਹ ਵੀ ਅਨਾਥਾਂ ਦੇ ਵਾਂਗ ਇਸ ਨੂੰ ਫੜ ਕੇ ਲੈ ਕੇ ਜਾਂਦੇ ਨੇ, ਕਿਉਂਕਿ ਇਸ ਦੇ ਸਿਰ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ, ਉਸ ਦੀ ਕੋਈ ਵੀ ਸਹਾਇਤਾ ਨਹੀਂ ਕਰਦਾ ਅੰਤ ਦੇ ਸਮੇਂ। ਤੇ ਇਸ ਦੇ ਕਾਰਨ ਕਈ ਪ੍ਰਕਾਰ ਦੀ ਸਜ਼ਾ, ਕਈ ਪ੍ਰਕਾਰ ਦੀ ਤਾੜਨਾ ਦਿੱਤੀ ਜਾਂਦੀ ਹੈ। ਇਸੇ ਕਰਕੇ ਪਾਤਸ਼ਾਹ ਜੀ ਬਾਰ-ਬਾਰ ਗੁਰਬਾਣੀ ਦੇ ਅੰਦਰ ਵੀ ਸਾਨੂੰ ਸਮਝਾਉਣਾ ਕਰਦੇ ਨੇ ਵੀ ਹੇ ਭਲਿਆ, ਪਲ ਪਲ, ਇੱਕ ਇੱਕ ਪਲ, ਇੱਕ ਇੱਕ ਖਿਣ ਉਸ ਪਾਤਸ਼ਾਹ ਦਾ ਸ਼ੁਕਰਾਨਾ ਕਰ, ਉਸ ਪਰਮਾਤਮਾ ਦੀ ਆਰਾਧਨਾ ਕਰ, ਉਸ ਪਰਮਾਤਮਾ ਦੀ ਬੰਦਗੀ ਕਰ, ਉਸ ਦੇ ਨਾਮ ਦੀ ਆਰਾਧਨਾ ਕਰ। ਕਿਉਂਕਿ ਨਾਮ ਤੋਂ ਬਿਨਾਂ ਇਸ ਧਰਤੀ ਦੇ ਉੱਤੋਂ ਸਾਡੇ ਨਾਲ ਹੋਰ ਕੁਝ ਨਹੀਂ ਜਾਣਾ। ਮਨੁੱਖ ਬਿਨਾਂ ਬਸਤਰਾਂ ਤੋਂ ਇਸ ਧਰਤੀ ਦੇ ਉੱਤੇ ਆਉਂਦਾ ਹੈ ਤੇ ਅੰਤਲੇ ਸਮੇਂ ਦੇ ਵਿੱਚ ਵੀ ਬਿਨਾਂ ਬਸਤਰਾਂ ਤੋਂ ਹੀ ਜਾਂਦਾ। ਉਸ ਦੇ ਉੱਤੇ ਪਹਿਨੇ ਹੋਏ ਕੱਪੜੇ ਵੀ ਉਸ ਦੇ ਨਾਲ ਨਹੀਂ ਜਾਂਦੇ। ਨਾਲ ਕੀ ਜਾਂਦਾ? ਕੇਵਲ ਤੇ ਕੇਵਲ ਚੰਗਿਆਈ, ਜੋ ਕੁਝ ਉਸਨੇ ਕਰਮ ਕੀਤੇ, ਜਿਹੋ ਜਿਹੇ ਕਰਮ ਕੀਤੇ ਨੇ ਉਸ ਦੇ ਸਰੀਰ ਤੇ ਜਾਣ ਤੋਂ ਬਾਅਦ ਮਨੁੱਖ ਦੇ ਕਰਮ ਹੀ ਚੇਤੇ ਰੱਖਦੇ ਨੇ, ਚਾਹੇ ਉਹ ਮਾੜੇ ਨੇ ਤੇ ਚਾਹੇ ਉਹ ਚੰਗੇ ਨੇ। ਇਸ ਦੇ ਕਾਰਨ ਪਾਤਸ਼ਾਹ ਜੀ ਫਿਰ ਬਾਰ-ਬਾਰ ਸਾਨੂੰ ਤਾੜਨਾ ਕਰਦੇ ਨੇ ਵੀ ਹੇ ਭਲਿਆ ਮਨੁੱਖਾ, ਇਸ ਸੰਸਾਰ ਦੇ ਵਿੱਚ ਰਹਿੰਦਿਆਂ ਦੁਨਿਆਵੀ ਧਨ ਦੌਲਤ ਦੀ ਪ੍ਰੀਤ ਨੂੰ ਛੱਡ ਕੇ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੀ ਪ੍ਰੀਤ ਪਾ, ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰ। ਨਹਿ ਸਹਾਏ ਤਿਨ ਕੋ ਸਣ ਬੰਧੂ, ਜਿਨ ਮੈਂ ਪਚਿਓ ਰਹਿਓ ਮਹਿ ਅੰਧੂ। ਕਹਿੰਦੇ ਵੀ ਜਿਨ੍ਹਾਂ ਦਾ ਪਿਆਰ, ਜਿਨ੍ਹਾਂ ਦਾ ਮਨ ਇਸ ਝੂਠ ਦੇ ਨਾਲ ਲੱਗਾ ਹੋਇਆ ਨਾ, ਜਿਹੜੇ ਇਸ ਦੁਨਿਆਵੀ ਝੂਠ ਦੇ ਵਿੱਚ ਖੁੱਭੇ ਹੋਏ ਨੇ, ਜਿਹੜਾ ਇੱਕ ਨਾ ਇੱਕ ਦਿਨ ਪਦਾਰਥ ਨਾਸ਼ ਬੰਤ ਹੈ, ਜਿਹੜੇ ਪਦਾਰਥ ਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ, ਜਿਹੜੇ ਇਸ ਝੂਠ ਦੇ ਵਿੱਚ ਖੁੱਭੇ ਹੋਏ ਨੇ। ਤੇ ਅੰਤ ਵੇਲੇ ਕਹਿੰਦੇ ਤਿੰਨ ਕੋ ਸੰਬੰਧੂ ਨਾਹੇ ਸਹਾਏ ਤਿੰਨ ਕੋ ਸੰਬੰਧੂ, ਵੀ ਅੰਤ ਵੇਲੇ ਉਹਨਾਂ ਦੇ ਜਿਹੜੇ ਸੰਬੰਧੀ ਨੇ ਇਹ ਕੋਈ ਵੀ ਇਹਨਾਂ ਦੀ ਸਹਾਇਤਾ ਨਹੀਂ ਕਰਦਾ, ਕੋਈ ਵੀ ਉਸ ਦੀ ਮਦਦ ਨਹੀਂ ਕਰਦਾ। ਜਾਨੀ ਹਿਰਦੈ ਮੁਲਾਨੇ ਰੀਤੀ, ਪਰ ਪੂਰਨ ਉਰ ਮੈਂ ਹਰ ਪ੍ਰੀਤੀ। ਤੇ ਹੁਣ ਮਲਾਨੇ ਨੇ ਜਦੋਂ ਗੁਰੂ ਸਾਹਿਬ ਜੀ ਤੋਂ ਇਹ ਬਚਨ ਸਰਵਣ ਕੀਤੇ ਵੀ ਅੰਤ ਦੇ ਵੇਲੇ ਤੇਰੇ ਨਾਲ ਕੁਝ ਨਹੀਂ ਜਾਣਾ, ਨਾਮ ਤੋਂ ਬਿਨਾਂ ਤੂੰ ਖਾਲੀ ਹੱਥ ਹੀ ਜਾਵੇਂਗਾ। ਤੇ ਪਾਤਸ਼ਾਹ ਜੀ ਦੇ ਜਦੋਂ ਇਸ ਰੀਤ ਨੂੰ ਸਮਝਿਆ ਮੌਲਾਨੇ ਨੇ, ਮੌਲਵੀ ਨੇ ਜਦੋਂ ਪਾਤਸ਼ਾਹ ਜੀ ਦੇ ਇਹ ਬਚਨ ਸਰਵਣ ਕੀਤੇ ਤਾਂ ਉਸ ਦੇ ਦਿਲ ਦੇ ਵਿੱਚ ਵੀ ਪ੍ਰਭੂ ਦੇ ਬਾਰੇ ਪ੍ਰੇਮ ਜਿਹੜਾ ਸੀ ਉਹ ਭਰਪੂਰ ਹੋ ਗਿਆ। ਉਸ ਦੇ ਮਨ ਦੇ ਵਿੱਚ ਵੀ ਤਾਂਘ ਪੈਦਾ ਹੋ ਗਈ ਵੀ ਹਾਂ ਭਾਈ ਗੱਲ ਸੱਚੀ ਹੈ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਤਾਂ ਕੁਝ ਨਹੀਂ ਜਾਣਾ, ਇਹ ਚੰਗੇ ਗੁਣਾਂ ਤੋਂ ਬਿਨਾਂ ਤਾਂ ਮਨੁੱਖ ਦੇ ਨਾਲ ਕੁਝ ਨਹੀਂ ਨਾ ਜਾਂਦਾ। ਅੱਜ ਵੀ ਅਸੀਂ ਸਮਾਜ ਦੇ ਅੰਦਰ ਦੇਖੀਏ ਜਿਨ੍ਹਾਂ ਨੇ ਚੰਗੇ ਕਾਰਜ ਕੀਤੇ ਨੇ, ਸਰੀਰਕ ਤੌਰ ਦੇ ਉੱਤੇ ਸਾਡੇ ਵਿਚਕਾਰ ਭਾਵੇਂ ਨਹੀਂ ਨੇ, ਪਰ ਉਹਨਾਂ ਦੀ ਚੰਗਿਆਈ ਕਰਕੇ ਅਸੀਂ ਹਮੇਸ਼ਾ ਹੀ ਉਹਨਾਂ ਨੂੰ ਆਪਣੇ ਨਾਲ ਸਮਝਦੇ ਹਾਂ। ਉਹਨਾਂ ਦੇ ਚੰਗੇ ਵਿਚਾਰਾਂ ਤੋਂ ਅਸੀਂ ਸੇਧ ਲੈ ਕੇ ਆਪਣਾ ਵੀ ਜੀਵਨ ਨਿਰਵਾਹ ਕਰਨ ਬਾਰੇ ਸੋਚਦੇ ਹਾਂ। ਤੇ ਮੌਲਵੀ ਪਾਤਸ਼ਾਹ ਜੀ ਦੇ ਕੋਲੋਂ ਇਹ ਬਚਨ ਸੁਣਦਾ ਤੇ ਆਖਦਾ ਵੀ ਹਾਂ ਭਾਈ ਇਹ ਗੱਲ ਸੱਚੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੁਝ ਵੀ ਨਾਲ ਜਾਣ ਵਾਲਾ ਨਹੀਂ। ਤੇ ਹੁਣ ਮੌਲਵੀ ਦੇ ਮਨ ਦੇ ਵਿੱਚ ਵੀ ਪਰਮਾਤਮਾ ਦੇ ਪ੍ਰਤੀ ਪ੍ਰੇਮ, ਸ਼ਰਧਾ ਭਾਵਨਾ ਜਿਹੜੀ ਮਨ ਦੇ ਵਿੱਚ ਪੈਦਾ ਹੋ ਗਈ ਹੈ। ਇਸਕੇ ਬਚਨ ਮੋਹੇ ਮਨ ਫੇਰਾ, ਜੋ ਮਤੰਗ ਅੰਕੁਸ਼ ਕਰ ਪ੍ਰੇਰਾ। ਤੇ ਕਹਿੰਦੇ ਵੀ ਇਹਨਾਂ ਦੇ ਬਚਨਾਂ ਨੇ ਨਾ ਮੇਰਾ ਮਨ ਹੁਣ ਮੋੜ ਦਿੱਤਾ। ਤੇ ਮਨ ਮੋੜਿਆ ਕਿਸ ਤਰ੍ਹਾਂ? ਤੇ ਕਹਿੰਦੇ ਜਿਉ ਮਤੰਗ, ਮਤੰਗ ਦਾ ਭਾਵ ਹੁੰਦਾ ਮਸਤਿਆ ਹੋਇਆ ਹਾਥੀ, ਤੇ ਅੰਕਸ਼ ਕਰ ਪ੍ਰੇਰਾ, ਅੰਕਸ਼ ਜਿਸ ਦੇ ਨਾਲ ਹਾਥੀ ਨੂੰ ਕੰਟਰੋਲ ਕੀਤਾ ਜਾਂਦਾ।
ਆਮ ਤੌਰ ਦੇ ਉੱਤੇ ਜਦੋਂ ਕਿਤੇ ਅਸੀਂ ਵੀ ਦੇਖਦੇ ਹਾਂ ਵੀ ਹਾਥੀ ਕਈ ਵਾਰੀ ਪਿੰਡਾਂ ਦੇ ਵਿੱਚੋਂ ਲੰਘਦੇ ਜਾਂ ਨਗਰ ਦੇ ਵਿੱਚੋਂ ਲੰਘਦੇ ਨੇ ਨਾ, ਉਹਨਾਂ ਦੇ ਨਾਲ ਹਾਥੀ ਦੇ ਨਾਲ ਜਿਨ੍ਹਾਂ ਨੇ ਹਾਥੀ ਨੂੰ ਕੰਟਰੋਲ ਕਰਨਾ ਹੁੰਦਾ 3-4 ਬੰਦੇ ਤੁਰੇ ਹੁੰਦੇ ਨੇ। ਜਿਹੜਾ ਹਾਥੀ ਦੇ ਸਿਰ ਦੇ ਉੱਤੇ ਬੈਠਾ ਹਾਥੀ ਨੂੰ ਚਲਾ ਰਿਹਾ ਨਾ, ਤੇ ਉਹ ਮੁਹਾਵਤ ਕਿਹਾ ਜਾਂਦਾ ਉਸ ਨੂੰ। ਜਿਹੜਾ ਮੁਹਾਵਤ ਦੇ ਹੱਥ ਦੇ ਵਿੱਚ ਲੋਹੇ ਦਾ ਕੁੰਡਾ ਹੁੰਦਾ, ਜਿਸ ਦੇ ਨਾਲ ਉਸ ਦੇ ਮੱਥੇ ਦੇ ਉੱਤੇ, ਉਸ ਦੇ ਸਿਰ ਦੇ ਉੱਤੇ ਜਿਹਨੂੰ ਖੁਬੋਇਆ ਜਾਂਦਾ ਤੇ ਉਸ ਨੂੰ ਪ੍ਰੇਰਿਆ ਜਾਂਦਾ ਵੀ ਭਾਈ ਤੂੰ ਇਸ ਦਿਸ਼ਾ ਵੱਲ ਜਾਣਾ, ਤੇ ਉਸ ਡੰਡੇ ਨੂੰ, ਉਸ ਲੋਹੇ ਦੇ ਕੁੰਡੇ ਨੂੰ ਆਖਦੇ ਨੇ ਅੰਕਸ਼। ਤੇ ਮੌਲਵੀ ਆਖਦਾ ਕਿ ਮੇਰਾ ਮਨ ਪਾਤਸ਼ਾਹ ਜੀ ਦੇ ਬਚਨਾਂ ਦੇ ਨਾਲ ਇਸ ਤਰ੍ਹਾਂ ਮੁੜ ਗਿਆ ਜਿਵੇਂ ਕੋਈ ਮਸਤਿਆ ਹੋਇਆ ਹਾਥੀ ਕਿਸੇ ਅੰਕਸ਼ ਦੇ ਨਾਲ ਮੁਹਾਵਤ ਨੇ ਕਾਬੂ ਕਰ ਲਿਆ ਹੋਵੇ। ਮੁਹਾਵਤ ਨੇ ਅੰਕਸ਼ ਦੇ ਨਾਲ ਕਿਸੇ ਮਸਤ ਹੋਏ ਹਾਥੀ ਨੂੰ ਆਪਣੇ ਕਾਬੂ ਦੇ ਵਿੱਚ ਕਰ ਲਿਆ ਨਾ, ਇਸੇ ਤਰ੍ਹਾਂ ਮੇਰਾ ਮਨ ਜਿਹੜਾ ਹੈ, ਇਸੇ ਤਰ੍ਹਾਂ ਪਾਤਸ਼ਾਹ ਨੇ ਆਪਣੇ ਬਚਨਾਂ ਦੇ ਨਾਲ ਮੇਰੇ ਮਨ ਨੂੰ ਕਾਬੂ ਕਰ ਲਿਆ, ਮੇਰੇ ਮਨ ਦੇ ਵਿੱਚ ਮੋੜ ਆ ਗਿਆ। ਕਿਉਂਕਿ ਹਾਥੀ ਆਮ ਤੌਰ ਦੇ ਉੱਤੇ ਜੇਕਰ ਦੇਖੀਏ ਨਾ, ਤਾਂ ਹਾਥੀ ਕਈ ਚੀਜ਼ਾਂ ਨੂੰ ਚੱਕ ਲੈਂਦਾ ਆਪਣੇ, ਇੰਨੀ ਉਹਦੇ ਵਿੱਚ ਸਮਰੱਥ ਹੈ। ਦੇਖਦੇ ਆ ਵੀ ਉਹ ਆਪਣੇ ਨੱਕ ਸੁੰਡ ਦੇ ਨਾਲ ਹੀ ਉਹ ਦਰਖਤਾਂ ਦੀਆਂ ਜੜ੍ਹਾਂ ਵੀ ਪੱਟਣ ਤੱਕ ਜਾਂਦਾ। ਪਰ ਜਿਹਨੇ ਉਸ ਨੂੰ ਕਾਬੂ ਕੀਤਾ ਨਾ, ਉਹ ਇੱਕ ਛੋਟੀ ਜਿਹੀ ਰੱਸੀ ਦੇ ਨਾਲ ਪਾ ਕੇ ਉਸਨੂੰ ਇੱਕ ਥੰਮ ਦੇ ਨਾਲ ਬੰਨ੍ਹ ਦਿੰਦਾ, ਸੇ ਉਹਨੂੰ ਆਪਣੀ ਤਾਕਤ ਦਾ ਅੰਦਾਜ਼ਾ ਵੀ ਨਹੀਂ ਰਹਿੰਦਾ। ਕਿਉਂਕਿ ਉਹ ਗੁਲਾਮ ਹੋ ਗਿਆ। ਜਦੋਂ ਉਹ ਗੁਲਾਮ ਨਹੀਂ ਤਾਂ ਉਹ ਕਿੰਨਾ ਕੁਝ ਨਸ਼ਟ ਕਰਨ ਤੱਕ ਜਾਂਦਾ। ਤੇ ਇਸੇ ਤਰ੍ਹਾਂ ਫਿਰ ਕਹਿੰਦਾ ਵੀ ਮੇਰਾ ਮਨ ਵੀ ਹੁਣ ਪਾਤਸ਼ਾਹ ਜੀ ਦੀ ਗੁਲਾਮੀ ਸਵੀਕਾਰ ਕਰ ਲਿਆ, ਮੇਰੇ ਮਨ ਦੇ ਉੱਤੇ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਾਬੂ ਕਰ ਲਿਆ, ਤੇ ਇਸ ਕਰਕੇ ਮੇਰਾ ਮਨ ਵੀ ਉਹ ਗੁਲਾਮੀ ਸਵੀਕਾਰ ਕਰਦਾ ਕਰਦਾ ਉਹਨਾਂ ਦੀ ਸ਼ਰਨ ਦੇ ਵਿੱਚ ਆ ਗਿਆ। ਉਸਨੇ ਮਨ ਨੇ ਵੀ ਮੋੜ ਲਿਆ। ਕਿਸ ਤਰ੍ਹਾਂ ਮੋੜਿਆ? ਕਿਉਂਕਿ ਪਹਿਲਾਂ ਮੈਂ ਵੀ ਦੁਨਿਆਵੀ ਧਨ ਦੌਲਤ ਨੂੰ ਸਾਰਾ ਕੁਝ ਸਮਝਦਾ ਸੀ, ਮੈਨੂੰ ਵੀ ਇਹੀ ਲੱਗਦਾ ਸੀ ਕਿ ਮੇਰਾ ਧੀਆਂ ਪੁੱਤਰੇ ਪਰਿਵਾਰ ਹੀ ਸਾਰਾ ਕੁਝ ਹੈ। ਪਰ ਹੁਣ ਇਹਨਾਂ ਦੇ ਬਚਨ ਸੁਣ ਕੇ ਮੈਨੂੰ ਇਹ ਲੱਗਾ ਵੀ ਜਿਹੜੀ ਬੰਦਗੀ ਹੈ ਨਾ, ਬੰਦਗੀ ਤੋਂ ਬਿਨਾਂ, ਨਾਮ ਸਿਮਰਨ ਤੋਂ ਬਿਨਾਂ ਮਨੁੱਖ ਦੇ ਜੀਵਨ ਦੇ ਵਿੱਚ ਸਭ ਕੁਝ ਅਧੂਰਾ ਹੈ। ਕਹੇ ਗੁਨਾ ਕਰਬਾਨੀ ਸਾਚੀ, ਊਰ ਕੁਟੰਬ ਪ੍ਰੀਤ ਰੁਚ ਰਾਚੀ। ਕਹਿੰਦਾ ਵੀ ਜਿਹੜੇ ਇਹ ਗੁਣਾਂ ਦੀ ਖਾਣ ਹੈ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹੇ ਗੁਣਾ, ਜਿਹੜੇ ਗੁਣਾਂ ਦੀ ਖਾਣ ਨੇ ਨਾ, ਕਰਬਾਨੀ ਸਾਚੀ। ਵੀ ਇਹਨਾਂ ਨੇ ਆਪਣੇ ਬਚਨ ਜਿਹੜੇ ਉਚਾਰਨ ਕੀਤੇ ਨੇ ਨਾ, ਜਿਹੜੇ ਬਚਨ ਸਰਵਣ ਕਰਾਏ ਨੇ, ਇਹ ਸੱਚੇ ਨੇ, ਇਹ ਕਦੇ ਵੀ ਝੂਠੇ ਨਹੀਂ। ਹੁੰਦਾ ਇਸੇ ਤਰ੍ਹਾਂ ਹੀ ਹੈ। ਕਹਿੰਦਾ ਮੌਲਵੀ ਆਖਦਾ ਵੀ ਇਸੇ ਤਰ੍ਹਾਂ ਹੀ ਹੁੰਦਾ ਵੀ ਕੋਈ ਵੀ ਨਾਲ ਨਹੀਂ ਜਾਂਦਾ ਨਾਮ ਤੋਂ ਬਿਨਾਂ, ਸਾਰਾ ਕੁਝ ਹੀ ਖਾਲੀ ਹੱਥ ਮਨੁੱਖ ਚਲਾ ਜਾਂਦਾ। ਤੇ ਇਸੇ ਤਰ੍ਹਾਂ ਕਹਿੰਦਾ ਕੂਰ ਕੁਟੰਬ ਪ੍ਰੀਤ ਰੁਚ ਰਾਚੀ, ਵੀ ਜਿਹੜੀ ਕੁਟੰਬ ਭਾ ਪਰਿਵਾਰ ਦੇ ਨਾਲ ਪ੍ਰੀਤ ਪਾਈ ਹੈ ਨਾ ਮਨੁੱਖ ਨੇ, ਜਿਹੜਾ ਸਾਰਾ ਕੁਝ ਪਰਿਵਾਰ ਨੂੰ ਹੀ ਪਾਲਿਆ ਇਹਨੇ, ਪਰਿਵਾਰ ਨੂੰ ਹੀ ਸਾਰਾ ਕੁਝ ਮੇਨ ਸਮਝ ਲਿਆ, ਤੇ ਕਹਿੰਦੇ ਬਿਲਕੁਲ ਕੂੜ ਹੈ, ਬਿਲਕੁਲ ਝੂਠ ਹੈ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਵੀ ਅਸਲ ਦੇ ਵਿੱਚ ਜਿਸ ਨੇ ਨਾ ਪਰਮਾਤਮਾ ਦੇ ਨਾਮ ਦੇ ਨਾਲ ਲਿਵ ਜੋੜ ਲਈ। ਹੁਣ ਇੱਥੇ ਅਸੀਂ ਮਨ ਦੇ ਵਿੱਚ ਇਹ ਦੁਵਿਧਾ ਦੇ ਵਿੱਚ ਨਾ ਪਈਏ ਵੀ ਕਿਤੇ ਪਾਤਸ਼ਾਹ ਜੀ ਸਾਨੂੰ ਇਹ ਕਹਿ ਰਹੇ ਵੀ ਆਪਣੇ ਪਿਤਾ ਦੇ ਨਾਲ ਪਿਆਰ ਨਹੀਂ ਕਰਨਾ, ਆਪਣੀਆਂ ਧੀਆਂ ਪੁੱਤਰਾਂ ਦੇ ਨਾਲ ਪਿਆਰ ਨਹੀਂ ਪਾਉਣਾ, ਆਪਣੇ ਪਰਿਵਾਰ ਦੇ ਰਿਸ਼ਤੇਦਾਰ ਸਕੇ ਸੰਬੰਧੀਆਂ ਦੇ ਨਾਲ ਪਿਆਰ ਨਹੀਂ ਪਾਉਣਾ। ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ, ਜਦੋਂ ਮਾਇਆ ਦੀ ਪਰਿਭਾਸ਼ਾ ਦੀ ਅਸੀਂ ਗੱਲ ਕਰਦੇ ਨਾ, ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੈ ਭਾਉ ਦੂਜਾ ਲਾਇਆ। ਕਹਿੰਦੇ ਜਿਹੜੀ ਚੀਜ਼ ਦੇ ਨਾਲ ਤੈਨੂੰ ਹਰੀ ਪਰਮਾਤਮਾ ਵਿਸਰ ਜਾਵੇ ਨਾ, ਤੂੰ ਉਸ ਚੀਜ਼ ਦੇ ਨਾਲ ਚਿੱਤ ਜੋੜ ਲਵੇਂ, ਉਹ ਚੀਜ਼ ਤੇਰੇ ਲਈ ਮਾਇਆ ਹੈ। ਮਾਇਆ ਇਕੱਲੀ ਪੈਸਾ ਨਹੀਂ ਹੁੰਦਾ, ਮਾਇਆ ਇਕੱਲੀ ਅਸੀਂ ਰੁਪਈਏ ਨਾ ਦੇਖੀਏ, ਡਾਲਰ ਨਾ ਦੇਖੀਏ। ਜਿਹੜੀ ਚੀਜ਼ ਨੇ ਸਾਡਾ ਪਰਮਾਤਮਾ ਦੇ ਨਾਲੋਂ ਚਿੱਤ ਤੋੜ ਦਿੱਤਾ ਨਾ, ਪਰਮਾਤਮਾ ਦੇ ਨਾਲੋਂ ਸਾਡੀ ਲਿਵ ਤੋੜ ਦਿੱਤੀ, ਪਾਤਸ਼ਾਹ ਜੀ ਕਹਿੰਦੇ ਉਹ ਹਰ ਇੱਕ ਚੀਜ਼ ਤੇਰੇ ਲਈ ਮਾਇਆ ਹੈ। ਉਹ ਚਾਹੇ ਫਿਰ ਤੇਰੇ ਲਈ ਮਾਂ ਪਿਓ ਕਿਉਂ ਨਾ ਹੋਣ, ਉਹ ਤੇਰੇ ਧੀਆਂ ਪੁੱਤਰ ਕਿਉਂ ਨਾ ਹੋਣ, ਚਾਹੇ ਉਹ ਤੇਰਾ ਭਰਾ ਭੈਣ ਕਿਉਂ ਨਾ ਹੋਵੇ। ਜਦੋਂ ਤੂੰ ਇਹਨਾਂ ਦੇ ਵਿੱਚ ਰਹਿੰਦਿਆਂ ਪਰਮਾਤਮਾ ਦੀਆਂ ਦਾਤਾਂ ਜਿਹੜੀਆਂ ਦਿੱਤੀਆਂ ਹੋਈਆਂ ਨੇ ਨਾ, ਇਹ ਪਰਿਵਾਰ ਦੇ ਜੀਅ ਨੇ, ਇਹਨਾਂ ਦੇ ਵਿੱਚ ਵਿਚਰਦਿਆਂ ਤੂੰ ਪਰਮਾਤਮਾ ਨੂੰ ਚੇਤੇ ਰੱਖੇਂਗਾ, ਪਰਮਾਤਮਾ ਦੇ ਨਾਮ ਦੇ ਨਾਲ ਲਿਵ ਜੋੜੇਂਗਾ, ਤੇ ਪਾਤਸ਼ਾਹ ਜੀ ਕਹਿੰਦੇ ਵੀ ਇਹਨਾਂ ਦੇ ਵਿੱਚ ਹੀ ਰਹਿੰਦਾ ਤੂੰ ਮੁਕਤੀ ਪ੍ਰਾਪਤ ਕਰ ਲਵੇਂਗਾ। ਜਦੋਂ ਤੂੰ ਪਰਮਾਤਮਾ ਨੂੰ ਵਿਸਾਰ ਦਿੱਤਾ, ਫਿਰ ਤੇਰੇ ਲਈ ਇਹ ਸਾਰਾ ਕੁਝ ਮਾਇਆ ਹੀ ਹੈ, ਇਹ ਸਾਰਾ ਕੁਝ ਮਾਇਆ ਦਾ ਪਸਾਰਾ ਹੈ, ਤੇ ਇਸ ਦੇ ਨਾਲ ਤੂੰ ਪਰਮਾਤਮਾ ਦੇ ਨਾਲ ਟੁੱਟ ਜਾਣਾ। ਤੇ ਪਾਤਸ਼ਾਹ ਜੀ ਦੇ ਜਦੋਂ ਇਹ ਬਚਨ ਸੁਣਦਾ ਨਾ ਮੌਲਵੀ, ਵੀ ਧੀਆਂ ਪੁੱਤਰਾਂ ਨੇ ਨਾਲ ਨਹੀਂ ਜਾਣਾ, ਨਾਮ ਨੇ ਨਾਲ ਜਾਣਾ, ਤੇ ਮਨ ਦੇ ਵਿੱਚ ਉਸ ਦੇ ਪਰਮਾਤਮਾ ਦੇ ਪ੍ਰਤੀ ਜਿਹੜਾ ਹੈ ਪ੍ਰੇਮ ਵੱਧ ਜਾਂਦਾ ਹੈ। ਆਖਰ ਕੋ ਰਖਵਾਰ ਨਾ ਸੰਗੀ, ਸਹਿ ਜੀਵ ਜਿਹ ਦੁਖੇ ਕੰਗੀ। ਤੇ ਮੌਲਵੀ ਵੀ ਫਿਰ ਹੁਣ ਮਨ ਦੇ ਵਿੱਚ ਵਿਚਾਰ ਕਰਦਾ, ਕਹਿੰਦਾ ਆਖਰ ਵੇਲੇ ਕੋਈ ਰਾਖਾ ਨਹੀਂ ਹੁੰਦਾ। ਜਦੋਂ ਮਨੁੱਖ ਦੇ ਸਿਰ ਤੇ ਮੌਤ ਆਉਂਦੀ ਨਾ, ਚਾਹੇ ਸਰੀਰਕ ਮੌਤ ਹੋਵੇ ਚਾਹੇ ਆਤਮਿਕ ਮੌਤ ਹੋਵੇ, ਕਹਿੰਦਾ ਉਸ ਦੀ ਕੋਈ ਸਹਾਇਤਾ ਨਹੀਂ ਕਰਦਾ, ਉਸ ਦਾ ਕੋਈ ਸੰਗੀ ਨਹੀਂ ਬਣਦਾ। ਜਿਹੜੇ ਕਹਿੰਦੇ ਸੀ ਨਾ ਵੀ ਤੇਰੇ ਤੋਂ ਜਾਨ ਵੀ ਵਾਰ ਦੇਵਾਂਗੇ, ਤੇਰੇ ਤੋਂ ਕੁਝ ਸਮਾਂ ਮਾੜਾ ਆਇਆ ਨਾ, ਤੇਰੇ ਤੋਂ ਜਾਨ ਵੀ ਵਾਰ ਦੇਵਾਂਗੇ,
ਤੇ ਪਾਤਸ਼ਾਹ ਜੀ ਕਹਿੰਦੇ ਵੀ ਅੰਤਲੇ ਵੇਲੇ ਉਹ ਵੀ ਨਾਲ ਨਹੀਂ ਰਹਿੰਦੇ, ਰੋਂਦੇ ਜ਼ਰੂਰ ਨੇ ਪਰ ਉਹ ਵੀ ਤੇਰੇ ਨਾਲ ਜਾਣ ਨੂੰ ਤਿਆਰ ਨਹੀਂ ਹੁੰਦਾ ਕੋਈ ਵੀ। ਤੇ ਇਸੇ ਤਰ੍ਹਾਂ ਕਹਿੰਦੇ ਵੀ ਕੋਈ ਵੀ ਸਹਾਇਤਾ ਨਹੀਂ ਕਰਦਾ, ਸਹਿ ਜੀਵ ਜਿਹ ਦੁੱਖ ਕੰਗੀ, ਇਹ ਜੀਵ ਇਕੱਲਾ ਹੀ ਸਾਰੇ ਦੁੱਖ ਜਿਹੜਾ ਹੈ ਇਹ ਝੱਲਦਾ ਹੈ, ਸਾਰੇ ਦੁੱਖ ਸਹਾਰਦਾ ਹੈ। ਸਾਰੇ ਦੁੱਖ ਜਿਹੜੇ ਇਸ ਨੂੰ ਝੱਲਣੇ ਪੈਂਦੇ ਨੇ, ਜਿਹੜੇ ਇਹਨੇ ਕਰਮ ਕਮਾਏ ਨੇ ਉਹਨਾਂ ਦੇ ਅਨੁਸਾਰ ਇਹਨੂੰ ਦੁੱਖ ਭੋਗਣਾ ਪੈਂਦਾ ਹੈ। ਅਸ ਅਣਜਾਣ ਪੁਣੇ ਮਹਿ ਮਾਨਵ, ਪਚੇ ਰਹਿਣ ਦਿਨ ਭੇਵ ਨਾ ਜਾਣਵ। ਕਹਿੰਦਾ ਜਿਹੜੇ ਇਹ ਅਣਜਾਣ ਪੁਣਾ ਹੈ ਨਾ, ਮਨੁੱਖ ਇਸੇ ਤਰ੍ਹਾਂ ਸਮਾਜ ਦੇ ਵਿੱਚ ਵਿਚਰਦੇ ਆ, ਦਿਨ ਰਾਤ ਆਪਣਾ ਸਾਰਾ ਸਮਾਂ ਜ਼ਿੰਦਗੀ ਦਾ ਇਸੇ ਦੇ ਵਿੱਚ ਬਤੀਤ ਕਰ ਦਿੰਦਾ। ਹੁਣ ਪਾਤਸ਼ਾਹ ਜੀ ਨੇ ਮੌਲਵੀ ਨੂੰ ਸਮਝਾਉਣ ਦੀ ਖਾਤਰ ਇੱਕ ਉਦਾਹਰਨ ਵਰਤੀ ਸੀ ਨਾ, ਵੀ ਤੈਨੂੰ ਮੈਂ 100 ਸਾਲ ਦੀ ਉਮਰ ਦਾ ਤੈਨੂੰ ਮੈਂ ਵੰਡ ਕਰਕੇ ਦੱਸਦਾ ਵੀ ਮਨੁੱਖ ਜੀਵਨ ਕਿਸ ਤਰ੍ਹਾਂ ਬਤੀਤ ਕਰਦਾ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਇਹਨਾਂ 100 ਸਾਲਾਂ ਦੇ ਵਿੱਚ ਕਿਤੇ ਸੌਂ ਕੇ ਗਵਾ ਲਈ, ਕਿਤੇ ਖਾ ਪੀ ਕੇ ਉਮਰ ਗਵਾ ਲਈ, ਕਿਤੇ ਬਾਲਪਣ ਦੇ ਵਿੱਚ ਅਣਜਾਣ ਪੁਣੇ ਦੇ ਵਿੱਚ ਜੀਵਨ ਬਤੀਤ ਕਰ ਰਿਹਾ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਮਨੁੱਖ ਨੇ ਸਾਰਾ ਜੀਵਨ ਹੀ ਇਸੇ ਤਰ੍ਹਾਂ ਅਣਜਾਣ ਪੁਣੇ ਦੇ ਵਿੱਚ ਪੈ ਕੇ ਬਤੀਤ ਕਰਤਾ। ਦਿਨ ਰਾਤ ਇਹ ਮਨੁੱਖ ਅਣਜਾਣ ਪੁਣੇ ਦੇ ਵਿੱਚ ਹੀ ਤੁਰਿਆ ਫਿਰਦਾ। ਇਸੇ ਤਰ੍ਹਾਂ ਕਹਿੰਦੇ ਪਚੇ ਰਹਿਣ ਦਿਨ ਭੇਵ ਨਾ ਜਾਣੇ, ਰਾਤ ਦਿਨ ਇਸੇ ਦੇ ਵਿੱਚ ਤੁਰਿਆ ਫਿਰਦਾ ਤੇ ਇਹਨੇ ਅਸਲ ਭੇਤ ਨੂੰ ਨਹੀਂ ਸਮਝਿਆ, ਅਸਲ ਸੱਚ ਨੂੰ ਨਹੀਂ ਸਮਝਿਆ, ਅਸਲ ਤੱਤ ਦੀ ਪਹਿਚਾਣ ਨਹੀਂ ਕੀਤੀ ਵੀ ਦੁਨੀਆ ਦੇ ਉੱਤੇ ਆ ਕੇ ਕਰਨਾ ਕੀ ਸੀ। ਅਸ ਵਿਚਾਰ ਕਰ ਹਿਰਦੈ ਮੌਲਾਨਾ, ਲੱਖ ਮਹਿਮਾ ਮੁਖ ਬਚਨ ਬਖਾਨਾ। ਤੇ ਮੌਲਵੀ ਨੇ ਹੁਣ ਇਸ ਤਰ੍ਹਾਂ ਹਿਰਦੇ ਦੇ ਵਿੱਚ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਗੁਰੂ ਜੀ ਦੀ ਮਹਿਮਾ ਨੂੰ ਪਹਿਚਾਣਿਆ। ਤੇ ਹੁਣ ਮੌਲਵੀ ਵੀ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਢਹਿ ਪਿਆ ਤੇ ਉਹਦਾ ਮਨ ਵੀ ਹੁਣ ਪਰਮਾਤਮਾ ਦੇ ਨਾਲ ਪ੍ਰੇਮ ਕਰਨ ਨੂੰ ਤਿਆਰ ਹੋ ਗਿਆ ਵੀ ਮੈਂ ਵੀ ਆਪਣੇ ਮਨ ਦੇ ਵਿੱਚ ਪਰਮਾਤਮਾ ਦੇ ਨਾਲ ਪ੍ਰੀਤ ਪਾਉਣੀ, ਪਰਮਾਤਮਾ ਦੀ ਅਰਾਧਨਾ ਕਰਨੀ, ਪਰਮਾਤਮਾ ਦੀ ਬੰਦਗੀ ਕਰਨੀ ਹੈ। ਅਲਪ ਬੈਸ ਏਤੀ ਦਾ ਨਾਈ, ਕੋ ਅਵਤਰਿਓ ਸੰਤ ਸੁਖਦਾਈ। ਕਹਿੰਦਾ ਵੀ ਐਨੀ ਅਕਲ ਵਾਲਾ, ਐਨੀ ਸਿਆਣਪ ਵਾਲਾ ਤੇ ਮੈਂ ਅੱਜ ਤੱਕ ਇਸ ਦੁਨੀਆ ਦੇ ਉੱਤੇ ਕਿਤੇ ਨਹੀਂ ਦੇਖਿਆ ਵੀ ਜਿਸ ਮਨੁੱਖ ਦੇ ਕੋਲ ਐਨੀ ਅਕਲ ਹੋਵੇ ਨਾ, ਮਨੁੱਖ ਇੰਨਾ ਛੋਟੀ ਉਮਰ ਦੇ ਵਿੱਚ ਹੀ ਸਮਝਦਾਰ ਹੋਵੇ। ਕਹਿੰਦੇ ਮੈਂ ਇਸ ਦੁਨੀਆ ਦੇ ਉੱਤੇ ਕਿਸੇ ਨੂੰ ਨਹੀਂ ਦੇਖਿਆ ਜਿਹਨੂੰ ਇੰਨੀ ਅਕਲ ਹੋਵੇ। ਤੇ ਇਸੇ ਤਰ੍ਹਾਂ ਕਹਿੰਦੇ ਕੋ ਅਵਤਰਿਓ ਸੰਤ ਸੁਖਦਾਈ, ਤੇ ਇਹ ਤਾਂ ਸੰਤਾਂ ਨੂੰ ਵੀ ਦੁੱਖ ਸੁੱਖ ਦੇਣ ਵਾਲਾ ਨਾ, ਪ੍ਰਭੂ ਨੇ ਆਪ ਅਵਤਾਰ ਧਾਰ ਲਿਆ। ਜਿਹੜੇ ਇਸ ਸੰਸਾਰ ਦੇ ਉੱਤੇ ਮਨੁੱਖ ਨੇ ਨਾ, ਜੀਵ ਨੇ, ਉਹਨਾਂ ਦਾ ਤਾਂ ਉਧਾਰ ਕਰਨਾ ਹੀ ਕਰਨਾ ਹੈ। ਤੇ ਪਰਮਾਤਮਾ ਆਪ ਇਹਨਾਂ ਸੰਤਾਂ ਦਾ ਉਧਾਰ ਕਰਨ ਵਾਸਤੇ, ਸੰਤਾਂ ਨੂੰ ਸੁੱਖ ਦੇਣ ਵਾਸਤੇ ਪਰਮਾਤਮਾ ਆਪ ਨਾਨਕ ਦੇ ਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਆਇਆ। ਹੁਣ ਇਹ ਮੌਲਵੀ ਵੀ ਪਾਤਸ਼ਾਹ ਜੀ ਦੀ ਵਡਿਆਈ ਨੂੰ ਜਾਣਨ ਲੱਗ ਪਿਆ, ਪਾਤਸ਼ਾਹ ਦੀ ਮਹਿਮਾ ਨੂੰ ਸਮਝ ਆ ਗਈ, ਉਸਨੂੰ ਰਮਜ ਸਮਝ ਆ ਗਈ ਹੈ। ਚੌਪਈ ਸਿਸਤਾ ਵਿਖੇ ਬੰਦਗੀ ਜਾਨੀ, ਨੇਕੀ ਕਾਰ ਕਰਨ ਮਨ ਠਾਨੀ। ਤੇ ਹੁਣ ਮੌਲਵੀ ਨੂੰ ਸਮਝ ਆ ਗਈ ਜਿਹੜੀ ਉਮਰ ਦਾ ਮੈਨੂੰ ਇਹਨਾਂ ਨੇ ਸਮਝਾਉਣਾ ਕੀਤਾ ਸੀ, ਜਿਹੜੀ ਉਮਰ ਦਾ ਵੰਡ ਕਰਕੇ, ਸਮੇਂ ਦੀ ਵੰਡ ਕਰਕੇ ਮੈਨੂੰ ਸਮਝਾਇਆ ਸੀ ਵੀ ਜੇ ਮੰਨ ਲਾ ਮਨੁੱਖ ਦੇ ਕੋਲ 100 ਸਾਲ ਉਮਰ ਜਿਉਂਦਾ ਹੈ ਨਾ, 100 ਸਾਲ ਦੇ ਵਿੱਚ 50 ਸਾਲ ਉਸਨੇ ਸੌਂ ਕੇ ਗਵਾਤੀ ਕਹਿੰਦੇ, ਤੇ 15 ਸਾਲ ਉਸਦਾ ਜਿਹੜਾ ਬਾਲਪਣ ਸੀ, ਬਚਪਨ ਸੀ, ਉਹ ਬੀਤ ਗਿਆ। ਤੇ 80 ਸਾਲ ਤੋਂ ਬਾਅਦ ਜੇਕਰ ਮਨੁੱਖ ਵੱਧ ਜਾਵੇ ਨਾ, ਤਾਂ ਕਹਿੰਦੇ ਨਾ ਹੀ ਉਸਦਾ ਸਰੀਰ ਸਾਥ ਦਿੰਦਾ, ਨਾ ਹੀ ਅੱਖਾਂ ਦੇ ਨਾਲ ਦਿਖਦਾ ਚੰਗੀ ਤਰ੍ਹਾਂ, ਨਾ ਹੀ ਕੰਨਾਂ ਦੇ ਨਾਲ ਸੁਣਦਾ। 85 ਸਾਲ ਇਹ ਹੋ ਗਏ ਤੇ ਬਾਕੀ ਦੇ ਜਿਹੜੇ 15 ਸਾਲ ਬਚੇ ਉਹ ਵੀ ਦੱਸ ਦਿੱਤਾ ਵੀ ਉਹ ਤਾਂ ਘਰ ਦੇ ਜੀਆਂ ਦੇ ਨਾਲ ਹੀ ਪਿਆਰ ਪਾਉਣ ਨੂੰ ਤੁਰ ਪਿਆ, ਧਨ ਦੌਲਤ ਇਕੱਠੀ ਕਰਨ ਲਈ ਤੁਰ ਪਿਆ। ਤੇ ਇਹ ਦੱਸੋ ਵੀ ਪਰਮਾਤਮਾ ਦਾ ਨਾਮ ਕਦੋਂ ਚੇਤੇ ਕੀਤਾ? ਜਦੋਂ ਹੁਣ ਮੌਲਵੀ ਇਹ ਸਾਰਾ ਕੁਝ ਸੁਣਦਾ ਹੈ ਨਾ, ਸਿਸਤਾ ਵਿਖੇ ਬੰਦਗੀ ਜਾਨੀ, ਤੇ ਹੁਣ ਇਹ ਵੀ ਸਮਝ ਗਿਆ ਵੀ ਅਸਲ ਦੇ ਵਿੱਚ ਬੰਦਗੀ ਬਚਪਨ ਤੋਂ ਹੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਬਚਪਨ ਦੇ ਵਿੱਚ ਹੀ ਬੰਦਗੀ ਦੇ ਪਾਸੇ ਲੱਗ ਜਾਣਾ ਚਾਹੀਦਾ, ਬਚਪਨ ਦੇ ਵਿੱਚ ਹੀ ਪਰਮਾਤਮਾ ਦੀ ਆਰਾਧਨਾ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕਿਉਂਕਿ ਸਮਾਂ ਬੀਤਦਾ ਜਾਂਦਾ, ਸਮਾਂ ਬੀਤਦੇ ਦੇ ਨਾਲ ਨਾਲ ਮਨੁੱਖ ਆਪਣੇ ਨਾਲ ਉਹ ਕੂੜ ਕੁਆੜ ਵੀ ਇਕੱਠਾ ਕਰੀ ਜਾਂਦਾ, ਝੂਠ ਵੀ ਇਕੱਠਾ ਕਰਿਆ ਜਾਂਦਾ ਬੰਦਗੀ ਤੋਂ ਬਿਨਾਂ, ਤੇ ਇਹ ਨਾਲ ਜਾਣ ਵਾਲਾ ਨਹੀਂ। ਤੇ ਹੁਣ ਉਸਨੇ ਮਨ ਦੇ ਵਿੱਚ ਇਹ ਸਮਝ ਲਿਆ, ਉਸ ਨੂੰ ਵੀ ਗਿਆਨ ਬਖਸ਼ਿਸ਼ ਕੀਤਾ ਪਾਤਸ਼ਾਹ ਜੀ ਨੇ ਵੀ ਬੰਦਗੀ ਤੇਰੇ ਜੀਵਨ ਦੇ ਵਿੱਚ ਬਚਪਨ ਤੋਂ ਹੀ ਹੋਣੀ ਚਾਹੀਦੀ ਹੈ। ਨੇਕੀ ਕਾਰ ਕਰਨ ਮਨ ਠਾਨੀ, ਤੇ ਉਸ ਨੇ ਵੀ ਇਹ ਮਨ ਬਣਾ ਲਿਆ ਕਿ ਅੱਜ ਤੋਂ ਜਿਹੜਾ ਵੀ ਕੁਝ ਵੀ ਮੈਂ ਮਾੜਾ ਕੁਝ ਕੀਤਾ ਸੀ ਨਾ, ਇਹ ਅੱਜ ਤੋਂ ਉੱਥੇ ਹੀ ਛੱਡਿਆ। ਜੇ ਮੈਂ ਕਿਸੇ ਦਾ ਮਾੜਾ ਤੱਕਿਆ ਸੀ ਨਾ, ਅੱਜ ਤੋਂ ਛੱਡਿਆ। ਹੁਣ ਕਹਿੰਦਾ ਅੱਜ ਤੋਂ ਮੈਂ ਨੇਕ ਕੰਮ ਹੀ ਕਰਾਂਗਾ, ਚੰਗੇ ਕਰਮ ਹੀ ਕਰਾਂਗਾ। ਇਸ ਸੰਸਾਰ ਦੇ ਵਿੱਚ ਜਿੰਨਾ ਵੀ ਜੀਵਨ ਮੇਰਾ ਬਚਿਆ ਹੈ ਨਾ, ਮੈਂ ਪਰਮਾਤਮਾ ਦੀ ਬੰਦਗੀ ਦੇ ਨਾਲ ਨਾਲ ਸਮਾਜ ਦੇ ਵਿੱਚ ਚੰਗੇ ਭਲੇ ਦੇ ਕਾਰਜ ਹੀ ਕਰਾਂਗਾ। ਬਦੀ ਖਿਆਲ ਦਿਲ ਦੀਨ ਭੁਲਾਈ,
ਰੀਤ ਪ੍ਰੀਤ ਕੀ ਚੀਤ ਬਸਾਈ। ਤੇ ਹੁਣ ਮੌਲਵੀ ਨੇ ਆਪਣੇ ਮਨ ਦੇ ਵਿੱਚ ਨਾ ਬੁਰਾਈ ਦਾ ਖਿਆਲ, ਭੈੜੀਆਂ ਵਾਸ਼ਨਾਵਾਂ ਦਾ ਖਿਆਲ, ਭੈੜੀ ਵਿਚਾਰਧਾਰਾ ਦਾ ਖਿਆਲ ਮਨ ਦੇ ਵਿੱਚੋਂ ਤਿਆਗ ਦਿੱਤਾ। ਵਿਚਾਰ ਤਿਆਗ ਕੇ ਤੇ ਹੁਣ ਉਸ ਦੇ ਮਨ ਦੇ ਵਿੱਚ ਵੀ ਕਹਿੰਦੇ ਚਿੱਤ ਦੇ ਵਿੱਚ ਪਰਮਾਤਮਾ ਦੇ ਲਈ ਜਿਹੜੀ ਪ੍ਰੀਤ ਸੀ ਉਹ ਵੱਧ ਗਈ ਹੈ। ਪਰਮਾਤਮਾ ਦੀ ਰੀਤ, ਜਿਹੜੀ ਪ੍ਰੀਤ ਦੀ ਰੀਤ ਸੀ ਨਾ, ਪਰਮਾਤਮਾ ਦੇ ਨਾਲ ਪ੍ਰੇਮ ਪਾਉਣ ਵਾਲੀ, ਉਹ ਸਾਰੀ ਦੀ ਸਾਰੀ ਜਿਹੜੀ ਰੀਤ ਸੀ, ਉਹ ਸਾਰੀ ਮਰਿਆਦਾ ਜਿਹੜੀ ਉਹਨੇ ਆਪਣੇ ਹਿਰਦੇ ਦੇ ਵਿੱਚ ਵਸਾ ਲਈ। ਜਿਹੜਾ ਆਪਣੀ ਸੁਰਤ ਨੂੰ ਉਸ ਟਿਕਾਣੇ ਤੱਕ ਲੈ ਕੇ ਜਾਈਏ ਵੀ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਿਰਾਜਮਾਨ ਨੇ ਤੇ ਨਾਲ ਸਭਾ ਲੱਗੀ ਹੋਈ ਤੇ ਮੌਲਵੀ ਪਾਤਸ਼ਾਹ ਜੀ ਦੇ ਬਚਨ ਸੁਣਨ ਕਰ ਰਿਹਾ, ਮੌਲਵੀ ਪਾਤਸ਼ਾਹ ਜੀ ਦੇ ਦਰਸ਼ਨ ਵੀ ਕਰ ਰਿਹਾ ਤੇ ਨਾਲ ਹੀ ਨਾਲ ਬਚਨ ਵੀ ਸਰਵਣ ਕੀਤਾ। ਤੇ ਮੌਲਵੀ ਧੰਨ ਹੋਵੇਗਾ। ਇੱਥੇ ਤਾਂ ਜੀ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਨਾਲ ਹੀ ਮਨੁੱਖ ਦਾ ਜੀਵਨ ਸਵਰ ਜਾਂਦਾ ਤੇ ਉਹ ਮੌਲਵੀ ਵੀ ਧੰਨ ਹੋ ਗਿਆ, ਗੋਪਾਲ ਪਾਂਧਾ ਵੀ ਧੰਨ ਹੋ ਗਿਆ ਜਿਹਨੇ ਪਾਤਸ਼ਾਹ ਜੀ ਦੇ ਕੋਲੋਂ ਬਚਨ ਵੀ ਸਰਵਣ ਕਰ ਲਏ, ਜਿਹਨੂੰ ਪਾਤਸ਼ਾਹ ਜੀ ਨੇ ਆਪ ਥਾਪੜਾ ਦੇਤਾ ਵੀ ਭਾਈ ਸਮਾਜ ਦੇ ਵਿੱਚ ਜੇਕਰ ਰਹਿਣਾ ਹੈ ਨਾ ਚੰਗੇ ਕਾਰਜ ਕਰਿਆ ਕਰੋ, ਸਮਾਜ ਦੇ ਵਿੱਚ ਜੇਕਰ ਰਹਿਣਾ ਹੈ ਨਾ ਬੰਦਗੀ ਸਿਮਰਨ ਕਰਿਆ ਕਰੋ। ਤੇ ਪਾਤਸ਼ਾਹ ਜੀ ਬਚਪਨ ਤੋਂ ਹੀ ਇਹ ਕਾਰਜ ਕਰਨਾ ਸ਼ੁਰੂ ਕਰ ਦਿੱਤੇ। ਪਰ ਮਾਫ ਕਰਨਾ, ਸਾਨੂੰ ਕਿੰਨੀ ਉਮਰ ਬੀਤ ਗਈ ਗੁਰੂ ਘਰ ਆਉਂਦੇ ਨੂੰ, ਪਰ ਅਸੀਂ ਆਪਣੇ ਜੀਵਨ ਦੇ ਵਿੱਚ ਨਾਮ ਸਿਮਰਨ ਕਰਨਾ ਹੀ ਨਹੀਂ ਸ਼ੁਰੂ ਕੀਤਾ। ਪਰਮਾਤਮਾ ਦੀ ਬੰਦਗੀ ਕਰਨ ਬਾਰੇ ਹਜੇ ਤੱਕ ਸੋਚਿਆ ਨਹੀਂ। ਸੋਚੀ ਜਾਂਦੇ ਵੀ ਜਦੋਂ ਵਿਹਲੇ ਹੋਵਾਂਗੇ ਘਰ ਦਾ ਕਾਰੋਬਾਰ ਨਿਬੇੜ ਕੇ ਨਾ ਫਿਰ ਕਿਤੇ ਬੰਦਗੀ ਵੱਲ ਨੂੰ ਸੋਚਾਂਗੇ। ਤੇ ਪਰ ਪਾਤਸ਼ਾਹ ਜੀ ਕਹਿੰਦੇ ਵੀ ਜਿਸ ਤਰ੍ਹਾਂ ਮਨੁੱਖ ਦੀ ਉਮਰ ਬੀਤਦੀ ਜਾਂਦੀ ਨਾ, ਮਨੁੱਖ ਦਾ ਸਰੀਰ ਸਾਥ ਨਹੀਂ ਦਿੰਦਾ ਤੇ ਮਨੁੱਖ ਨੂੰ ਜਦ ਅੱਖਾਂ ਤੋਂ ਦਿਖਦਾ ਹੀ ਨਹੀਂ, ਕੰਨਾਂ ਤੋਂ ਸੁਣਨਾ ਵੀ ਘਟ ਜਾਂਦਾ, ਸਰੀਰ ਦਾ ਆਪਣਾ ਕਾਰ ਵਿਹਾਰ ਕਰਨ ਦੇ ਲਈ ਨਹੀਂ ਸਰੀਰ ਤਿਆਰ ਹੁੰਦਾ। ਤੇ ਪਾਤਸ਼ਾਹ ਜੀ ਕਹਿੰਦੇ ਉਸ ਸਮੇਂ ਦੇ ਵਿੱਚ ਪਰਮਾਤਮਾ ਦੀ ਬੰਦਗੀ ਕੀਤੀ ਵੀ ਕੀ ਕਰੇ। ਤੇ ਹੁਣ ਮੌਲਵੀ ਵੀ ਸਮਝ ਗਿਆ ਵੀ ਨਹੀਂ ਭਾਈ, ਬਚਪਨ ਦੇ ਵਿੱਚ ਹੀ ਇਹ ਕਾਰਜ ਸ਼ੁਰੂ ਕਰ ਦੇਣਾ ਚਾਹੀਦਾ, ਬਚਪਨ ਦੇ ਵਿੱਚ ਹੀ ਪਰਮਾਤਮਾ ਦੇ ਨਾਲ ਲਿਵਲ ਜੋੜ ਲੈਣੀ ਚਾਹੀਦੀ ਹੈ। ਤੇ ਉਹ ਮੌਲਵੀ ਵੀ ਹੁਣ ਪਾਤਸ਼ਾਹ ਜੀ ਦੇ ਬਚਨ ਸਰਵਣ ਕਰਕੇ ਨਿਹਾਲ ਹੋ ਜਾਂਦਾ ਹੈ। ਵਿਸ਼ਯਨ ਤੇ ਉਦਾਸ ਮਤ ਕੀਨੀ, ਗਿਰਾ ਪ੍ਰੇਮ ਪਰਮੇਸ਼ਰ ਪੀਨੀ। ਤੇ ਹੁਣ ਉਸ ਮੌਲਵੀ ਨੇ ਆਪਣੇ ਮਨ ਦੇ ਵਿੱਚੋਂ ਜਿਹੜੇ ਵਿਸ਼ੇ ਵਿਕਾਰ ਸੀ ਨਾ, ਮਨ ਦੇ ਵਿੱਚ ਵਿਸ਼ਿਆਂ ਵਿਕਾਰਾਂ ਦੀ ਮੈਲ ਭਰੀ ਹੋਈ ਸੀ, ਉਹ ਮੌਲਵੀ ਨੇ ਸਾਰੀ ਦੀ ਸਾਰੀ ਵਿਸ਼ਿਆਂ ਵਿਕਾਰਾਂ ਦੀ ਮੈਲ ਦੂਰ ਕਰ ਲਈ। ਪਾਤਸ਼ਾਹ ਜੀ ਦਾ ਬਚਨ ਮਨ ਦੇ ਵਿੱਚ ਧਾਰਨ ਕੀਤਾ, ਬਚਨ ਨੂੰ ਸਰਵਣ ਕੀਤਾ, ਚੰਗਿਆਈ ਧਾਰਨ ਕੀਤੀ, ਨੇਕੀ ਧਾਰਨ ਕੀਤੀ ਤੇ ਉਹ ਵਿਸ਼ਿਆਂ ਵਿਕਾਰਾਂ ਦੀ ਜਿਹੜੀ ਮੈਲ ਸੀ ਉਹ ਦੂਰ ਹੋ ਗਈ। ਗਿਰਾ ਪ੍ਰੇਮ ਪਰਮੇਸ਼ਰ ਭੈਣੀ, ਤੇ ਦਿਲ ਦੇ ਵਿੱਚ ਪਰਮੇਸ਼ਵਰ ਦੇ ਪਿਆਰ ਨੂੰ ਵਸਾ ਲਿਆ, ਪਰਮੇਸ਼ਵਰ ਦੀ ਪ੍ਰੀਤ ਨੂੰ ਦਿਲ ਦੇ ਵਿੱਚ ਵਸਾ ਲਿਆ। ਉਸਤਤ ਕੇ ਬਚ ਸੁਨ ਮੁਖ ਸਦਨਾ, ਕਿਹੋ ਤ੍ਰਿਤਿਐ ਪਦ ਪੰਕਜ ਬੰਦਨਾ। ਜਦੋਂ ਪਾਤਸ਼ਾਹ ਜੀ ਨੇ ਨਾ ਮੁਲਾਨੇ ਦੇ ਮੁਖ ਤੋਂ ਇਹ ਬਚਨ ਸੁਣੇ ਵੀ ਮੈਂ ਵੀ ਅੱਜ ਤੋਂ ਵਾਅਦਾ ਕਰਦਾ ਵੀ ਮੇਰਾ ਵੀ ਮਨ ਪਰਮਾਤਮਾ ਦੇ ਪ੍ਰੇਮ ਦੇ ਲਈ ਭਿੱਜ ਗਿਆ, ਮੇਰਾ ਵੀ ਮਨ ਚਾਹੁੰਦਾ ਵੀ ਮੈਂ ਵੀ ਪਰਮਾਤਮਾ ਦੀ ਬੰਦਗੀ ਕਰਾਂ, ਬਹੁਤ ਸਮਾਂ ਮੈਂ ਅਜਾਈਂ ਗਵਾ ਲਿਆ। ਜਦੋਂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਮੌਲਵੀ ਦੇ ਮੁਖ ਤੋਂ ਸੁਣੇ, ਮੌਲਵੀ ਤੋਂ ਸੁਣੇ, ਤਾਂ ਕਮਲ ਦੇ ਫੁੱਲ ਵਰਗੇ ਕਹਿੰਦੇ ਪਾਤਸ਼ਾਹ ਜੀ ਹੈ ਨਾ, ਗੁਰੂ ਜੀ ਨੇ ਫਿਰ ਉਸ ਜਿਹੜਾ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦੇ ਨੇ ਮੌਲਵੀ ਦੇ ਪਰਥਾਏ, ਹੁਣ ਉਸ ਸ਼ਬਦ ਦਾ ਅਗਲਾ ਪਦਾ ਉਚਾਰਨ ਕਰਦੇ ਨੇ, ਮੌਲਵੀ ਨੂੰ ਹੋਰ ਉਪਦੇਸ਼ ਕਰਦੇ ਨੇ। ਸਭ ਰੋਜ਼ ਗਸਤਮ ਦਰ ਹਵਾ, ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ, ਮਮ ਇੰਚਨੀ ਅਹਵਾਲ। ਤੇ ਪਾਤਸ਼ਾਹ ਜੀ ਉਸ ਮੌਲਵੀ ਨੂੰ ਸਮਝਾਉਣਾ ਕਰਦੇ ਨੇ, ਕਹਿੰਦੇ 4 ਦਿਨ ਮਨੁੱਖ ਲਾਲਚ ਦੇ ਵਿੱਚ ਭਟਕਦਾ ਹੈ ਤੇ ਮਾੜਾ ਚਿਤਾਰਦਾ ਹੈ, ਮਾੜਾ ਕਰਦਾ ਹੈ। ਲਾਲਚ ਦੇ ਵਸ ਪੈ ਕੇ ਨਾ ਮਨੁੱਖ ਦੇ ਮਨ ਦੇ ਵਿੱਚ ਲਾਲਚ ਆ ਗਿਆ, ਕਤਲ ਕਰਨ ਤੱਕ ਜਾਂਦਾ, ਲਾਲਚ ਦੇ ਵਸ ਪੈ ਕੇ ਕਿਸੇ ਦਾ ਗਲਾ ਘੁੱਟਣ ਤੱਕ ਵੀ ਜਾਂਦਾ। ਹੁਣ ਗਲਾ ਇਹ ਨਾ ਦੇਖੇ ਵੀ ਅਸੀਂ ਇਕੱਲਾ ਹੱਥ ਨਾਲ ਹੀ ਘੁੱਟਦੇ ਆ, ਆਪਣੇ ਤਨ ਦੀ ਖੁਰਾਕ ਦੀ ਪੂਰਤੀ ਲਈ ਪਤਾ ਨਹੀਂ ਕਿੰਨਿਆਂ ਦੀ ਅਸੀਂ ਖੁਰਾਕ ਖਾ ਲਈ, ਆਪਣਾ ਸਵਾਰਥ ਲੋਚਦੇ ਪਤਾ ਨਹੀਂ ਕਿੰਨੇ ਦਾ ਹੀ ਅਸੀਂ ਜਿਹੜਾ ਅਸੀਂ ਬੁਰਾ ਤੱਕਿਆ, ਕਿੰਨਿਆਂ ਦਾ ਅਸੀਂ ਬੁਰਾ ਮਨ ਦੇ ਵਿੱਚ ਸੋਚੀ ਬੈਠੇ ਆ। ਤੇ ਹੁਣ ਪਾਤਸ਼ਾਹ ਜੀ ਕਹਿੰਦੇ ਮਨੁੱਖ ਲਾਲਚ ਦੀ ਖਾਤਰ, 4-5 ਦਿਨ ਦੇ ਲਾਲਚ ਦੀ ਖਾਤਰ ਮਨੁੱਖ ਆਪਣਾ ਜੀਵਨ ਕਿਸ ਤਰ੍ਹਾਂ ਵਿਅਰਥ ਗਵਾ ਰਿਹਾ, ਮਨ ਦੇ ਵਿੱਚ ਕੀ ਕੀ ਸੋਚਦਾ। ਉਹ ਲਾਲਚ ਦੇ ਵਸ ਪੈ ਕੇ ਹੁਣ ਮੰਨ ਲਓ ਚੋਰ ਨੇ ਚੋਰੀ ਕਰਨੀ, ਕਿਸੇ ਇੱਕ ਥਾਂ ਦੇ ਉੱਤੇ ਚੋਰੀ ਕਰਨੀ, ਕੀ ਪਤਾ ਕਦੋਂ ਦਾ ਮਨ ਦੇ ਵਿੱਚ ਖਿਆਲ ਬੁਣ ਰਿਹਾ, ਕੀ ਪਤਾ ਕਦੋਂ ਦਾ ਮਨ ਦੇ ਵਿੱਚ ਉਹ ਵਿਚਾਰ ਚੱਲ ਰਹੇ ਨੇ ਵੀ ਮੈਂ ਇਸ ਤਰ੍ਹਾਂ ਉਸ ਥਾਂ ਦੇ ਉੱਤੇ ਜਾਊਂਗਾ, ਆਹ ਕਾਰਜ ਕਰਨਾ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਵੀ 4-5 ਦਿਨ ਦੇ ਲਾਲਚ ਦੀ ਖਾਤਰ ਹੈ ਨਾ ਮਨੁੱਖ ਮਨ ਦੇ ਵਿੱਚ ਪਤਾ ਨਹੀਂ ਕੀ ਕੀ ਸੋਚਦਾ, ਕੀ ਕੀ ਵਿਚਾਰਦਾ ਤੇ ਕੀ ਕੁਝ ਮਾੜਾ ਕਰਦਾ ਹੈ। ਗਾਹੇ ਨਾ ਨੇਕੀ ਕਾਰ ਕਰਦਮ,
ਮਮ ਈਚਨੀ ਅਹਵਾਲ, ਤੇ ਮੈਂ ਕਦੇ ਵੀ ਚੰਗੇ ਅਮਲ ਨਹੀਂ ਕਮਾਏ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਮੈਂ ਇਸ ਤਰ੍ਹਾਂ ਦੀ ਅਵਸਥਾ ਹੋ ਗਈ ਮੇਰੀ। ਪਾਤਸ਼ਾਹ ਜੀ ਮੌਲਵੀ ਨੂੰ ਸਮਝਾਉਣ ਦੀ ਖਾਤਰ ਆਖਦੇ ਨੇ ਕਿ ਲਾਲਚ ਦੇ ਵਸ ਪੈ ਕੇ ਨਾ ਮੈਂ ਕਦੇ ਵੀ ਸਮਾਜ ਦਾ ਚੰਗਾ ਨਹੀਂ ਸੋਚਿਆ ਸੀ। ਮਨੁੱਖ ਨੂੰ ਸਮਝਾਉਣਾ ਕਰਦੇ ਨੇ, ਮਨੁੱਖ ਲਾਲਚ ਦੇ ਵਸ ਪੈ ਕੇ ਕਦੇ ਵੀ ਸਮਾਜ ਦਾ ਚੰਗਾ ਨਹੀਂ ਸੋਚਦਾ। ਮਨੁੱਖ ਦੀ ਮਨ ਦੀ ਅਵਸਥਾ ਇੱਥੋਂ ਤੱਕ ਹੀ ਰਹਿ ਗਈ ਕਿ ਉਹ ਆਪਣੇ ਭਲਾ ਹੀ ਲੋਚਦਾ, ਆਪਣਾ ਸਵਾਰਥ ਹੀ ਸੋਚਦਾ ਹੈ। ਤੇ ਪਾਤਸ਼ਾਹ ਜੀ ਨੇ ਹੁਣ ਅਗਲਾ ਪਦਾ ਉਸ ਮੌਲਵੀ ਦੇ ਪਰਥਾਏ, ਮੌਲਵੀ ਨੂੰ ਸਮਝਾਉਣ ਦੀ ਖਾਤਰ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਇਹਨਾਂ ਪਾਵਨ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅੱਜ ਦੇ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਕੁਝ ਕੁ ਪੰਛੀ ਝਾਤ ਅੱਜ ਦੇ ਇਤਿਹਾਸ ਵੱਲ ਮਾਰ ਲਈਏ। ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਜੋਤੀ ਜੋਤ ਦਿਹਾੜਾ ਹੈ। ਇੱਕ ਦੋ ਕੁ ਪੱਖ ਮੈਂ ਆਪ ਜੀ ਦੇ ਨਾਲ ਸਾਂਝੇ ਕਰਨੇ ਚਾਹਾਂਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਪਾਤਸ਼ਾਹ ਜੀ ਤਖਤ ਦੇ ਉੱਤੇ ਬਿਰਾਜਮਾਨ ਹੁੰਦੇ ਨੇ ਨਾ, ਉਸ ਸਮੇਂ ਦੇ ਸਿੱਖਾਂ ਨੇ ਵੀ, ਜਿਹੜੇ ਉਸ ਸਮੇਂ ਦੇ ਮੁੱਖ ਸੇਵਾਦਾਰ ਸਨ, ਮੁੱਖ ਪ੍ਰਚਾਰਕ ਸਨ, ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਹੋ ਗਏ, ਭਾਈ ਗੁਰਦਾਸ ਜੀ ਹੋ ਗਏ, ਇਹ ਤਾਦਕ ਜਿੰਨੇ ਵੀ ਸਿੱਖ ਸਨ ਪਾਤਸ਼ਾਹ ਜੀ ਦੇ ਜਿਹੜੇ ਨਜ਼ਦੀਕ ਸਨ, ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਤੱਕ ਸੰਗਤ ਕੀਤੀ। ਭਾਈ ਗੁਰਦਾਸ ਜੀ ਨੇ ਵੀ 3 ਪਾਤਸ਼ਾਹੀਆਂ ਤੱਕ ਦੇ ਦਰਸ਼ਨ ਕੀਤੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਭਤੀਜੇ ਨੇ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਮਾਮਾ ਜੀ ਨੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਖਤ ਦੇ ਉੱਤੇ ਬਿਰਾਜਮਾਨ ਹੁੰਦੇ ਨੇ ਤਾਂ ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਦੇ ਵਿੱਚ ਇਸ ਗੱਲ ਦੀ ਹਾਮੀ ਭਰਦੇ ਨੇ ਵੀ ਸਿੱਖ ਇਹਨਾਂ ਦੇ ਕੋਲ, ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਤੇ ਭਾਈ ਗੁਰਦਾਸ ਜੀ ਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸ਼ਿਕਾਇਤ ਲੈ ਕੇ ਜਾਂਦੇ ਨੇ। ਕਹਿੰਦੇ ਵੀ 5 ਪਾਤਸ਼ਾਹੀਆਂ ਤੱਕ ਤਾਂ ਬਹੁਤ ਸੋਹਣਾ ਜੀਵਨ ਇਹਨਾਂ ਨੇ ਬਸਰ ਕੀਤਾ, ਬਹੁਤ ਲੋਕਾਂ ਨੂੰ ਚੰਗੇ ਰਾਹੇ ਪਾਇਆ, ਉਹਨਾਂ ਦੇ ਅੰਦਰ ਪ੍ਰੇਮ ਦੀ ਭਾਵਨਾ ਪੈਦਾ ਕੀਤੀ। ਤੇ ਇਹ ਜਿਹੜਾ 6ਵਾਂ ਪਾਤਸ਼ਾਹ ਤਖਤ ਦੇ ਉੱਤੇ ਬਿਰਾਜਮਾਨ ਹੋਇਆ ਨਾ, ਇਸ ਨੇ ਨਵੀਂ ਰੀਤ ਚਲਾਤੀ। ਕਿਹੜੀ ਰੀਤ? ਕਹਿੰਦੇ ਇਹ ਤਾਂ ਸ਼ਿਕਾਰ ਵੀ ਖੇਡਦਾ, ਜੰਗਲਾਂ ਦੇ ਵਿੱਚ ਜਾ ਕੇ ਸ਼ਿਕਾਰ ਕਰਦਾ। ਹੋਰ ਤੇ ਹੋਰ ਇਹਨੇ 1 ਕਿਰਪਾਨ ਪਹਿਨਣ ਦੀ ਬਜਾਏ 2 ਕਿਰਪਾਨਾਂ ਧਾਰਨ ਕਰ ਲੀਆਂ। ਅੱਜ ਤੋਂ ਪਹਿਲਾਂ ਤਾਂ ਇਹੋ ਜਿਹਾ ਅਸੀਂ ਕਦੇ ਨਹੀਂ ਦੇਖਿਆ ਸੀ। ਦੁਨਿਆਵੀ ਜਿਹੜੇ ਬਾਦਸ਼ਾਹ ਨੇ ਤਖਤ ਲਾਉਂਦੇ ਨੇ, ਇਸ ਨੇ ਵੀ ਤਖਤ ਦੀ ਉਸਾਰੀ ਕਰ ਲਈ। ਇਹ ਜਿਹੜੀਆਂ ਸੰਗਤਾਂ ਸੀ ਨਾ, ਸੰਗਤਾਂ ਦੇ ਵਿੱਚ ਇਹੋ ਜਿਹੇ ਮਤਭੇਦ ਚੱਲ ਪਏ ਸੀ। ਅਸੀਂ ਵੀ ਆਮ ਤੌਰ ਦੇ ਉੱਤੇ ਅੱਜ ਦੇ ਵੀ ਕਈ ਇਹੋ ਜਿਹੇ ਨੇ ਜਿਹੜੇ ਆਪਣੇ ਮਨ ਦੇ ਮੁਤਾਬਕ ਸੋਚਦੇ ਨੇ ਵੀ ਕੀ ਲੋੜ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਜੰਗਾਂ ਕਰਨ ਦੀ, ਕੀ ਲੋੜ ਪੈ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਜੰਗਾਂ ਲੜਨ ਦੀ। ਪਰ ਪਾਤਸ਼ਾਹ ਜੀ ਨੇ ਸਾਡੇ ਅੰਦਰ ਜਿਹੜੀ ਸਪਿਰਟ ਭਾਨੀ ਸੀ ਨਾ ਸਿੱਖੀ ਦੀ, ਸਾਨੂੰ ਜਿਹੜੀ ਸੰਤ ਦੇ ਨਾਲ ਨਾਲ ਸਿਪਾਹੀ ਦੀ ਪਦਵੀ ਬਖਸ਼ਣੀ ਸੀ, ਉਸ ਦੇ ਪਰਥਾਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਸਮੇਂ ਜਿੱਥੇ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ, ਨਾਲ ਹੀ ਨਾਲ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਵੀ ਧਾਰਨ ਕੀਤੀਆਂ ਸੀ। ਇਹ ਮਤ ਸੋਚੀਏ ਵੀ 5 ਪਾਤਸ਼ਾਹੀਆਂ ਤੱਕ ਕਿਸੇ ਚੀਜ਼ ਦੀ ਕੋਈ ਊਣਤਾਈ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚਾਹੁੰਦੇ, ਅਸੀਂ ਆਮ ਤੌਰ ਦੇ ਉੱਤੇ ਵੀ ਅਰਦਾਸ ਦੇ ਵਿੱਚ ਵੀ ਬੇਨਤੀ ਕਰਦੇ ਨਾ ਕਿ 10 ਪਾਤਸ਼ਾਹੀਆਂ ਦੀ ਜੋਤ, ਭਾਵ 10 ਪਾਤਸ਼ਾਹੀਆਂ ਦੇ ਵਿੱਚ ਜੋਤ ਇੱਕੋ ਹੀ ਕਾਰਜ ਕਰ ਰਹੀ ਹੈ, ਵਿਚਾਰਧਾਰਾ ਇੱਕੋ ਹੀ ਚੱਲ ਰਹੀ ਹੈ, ਚਾਹੇ ਸਰੀਰਕ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਉਹ ਬਦਲ ਰਹੇ ਨੇ, ਤਖਤ ਦੇ ਉੱਤੇ ਵਿਰਾਜਮਾਨ ਹੋ ਰਹੇ ਨੇ 10 ਪਾਤਸ਼ਾਹੀਆਂ ਦੇ ਰੂਪ ਦੇ ਵਿੱਚ। ਪਰ ਪਾਤਸ਼ਾਹ ਜੀ ਜੇਕਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚਾਹੁੰਦੇ ਤਾਂ ਉਹ ਪਹਿਲੇ ਜਾਮੇ ਦੇ ਵਿੱਚ ਹੀ ਖੰਡੇ ਬੱਟ ਦੀ ਪੌਲ ਤਿਆਰ ਕਰਾ ਸਕਦੇ ਸੀ, ਕਿਉਂਕਿ ਉਹਨਾਂ ਨੇ ਸੋਚਿਆ ਸੀ ਅਗਾਹਾਂ ਦੀ ਸੋਚਦਾ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਨੇ ਆਪਣੇ ਸਰੀਰ ਦੇ ਉੱਤੇ ਉਹ ਸਾਰਾ ਕੁਝ ਹੰਢਾ ਕੇ ਦੱਸਣਾ ਸੀ ਆਪਣੀਆਂ ਸਿੱਖ ਸੰਗਤਾਂ ਨੂੰ, ਤਾਂ ਜੋ ਸਿੱਖਾਂ ਦੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ੰਕਾ ਨਾ ਪੈਦਾ ਹੋ ਜਾਵੇ। ਪਾਤਸ਼ਾਹ ਜੀ ਨੇ ਸਮਝਾਉਣਾ ਸੀ ਵੀ ਜੇਕਰ ਸੱਚ ਦੇ ਰਾਹ ਦੇ ਉੱਤੇ ਚੱਲੇ ਹੋ ਤਾਂ ਤੁਹਾਨੂੰ ਤੱਤੀ ਤਵੀ ਦੇ ਉੱਤੇ ਵੀ ਬੈਠਣਾ ਪੈ ਸਕਦਾ। ਜੇਕਰ ਸੱਚ ਦੇ ਰਾਹ ਦੇ ਉੱਤੇ ਚੱਲੇ ਹੋ ਤਾਂ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪਿਓ ਦਾ ਸੀਸ ਵੀ ਦੇਖਣਾ ਪੈ ਸਕਦਾ। ਜੇਕਰ ਸੱਚ ਦੇ ਰਾਹ ਦੇ ਉੱਤੇ ਚੱਲਣਾ ਹੈ ਤਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਪੁੱਤਾਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਵੇਗਾ। ਇਸ ਦੇ ਖਾਤਰ ਪਾਤਸ਼ਾਹ ਜੀ ਨੇ 10 ਜਾਮਿਆਂ ਦੇ ਵਿੱਚ ਵਿਚਰ ਕੇ ਇੱਕ ਨਵਾਂ ਖਾਲਸਾ ਸਿਰਜਿਆ ਸੀ, ਜਿਸ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਹੀ ਹੋ ਗਈ ਸੀ। ਪਾਤਸ਼ਾਹ ਜੀ ਵੀ ਆਪਣੇ ਨਾਲ ਸ਼ਸਤਰ ਰੱਖਦੇ ਸਨ। ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕਰਦੇ ਨੇ ਵੀ ਆਸਾ ਹੱਥ ਕਿਤਾਬ ਕਸ਼ ਕੁੱਜਾ ਵਹੰਗ ਮਸੱਲਾ ਤਾਰੀ। ਆਸਾ ਕਹਿੰਦੇ ਨੇ ਸੋਟੇ ਨੂੰ, ਡੰਡੇ ਨੂੰ, ਤੇ ਪਾਤਸ਼ਾਹ ਜੀ ਨੇ ਵੀ ਕਹਿੰਦੇ ਇੱਕ ਹੱਥ ਦੇ ਵਿੱਚ ਡਾਂਗ ਫੜੀ ਹੋਈ ਹੈ ਤੇ ਦੂਜੇ ਹੱਥ ਦੇ ਵਿੱਚ ਇੱਕ ਕਿਤਾਬ ਭਾਵ ਪੋਥੀ। ਇਸਲਾਮ ਮਤ ਦੇ ਵਿੱਚ ਪੋਥੀ ਨੂੰ ਕਿਤਾਬ ਆਖਿਆ ਜਾਂਦਾ। ਤੇ ਕਹਿੰਦੇ ਇੱਕ ਹੱਥ ਦੇ ਵਿੱਚ ਪੋਥੀ ਫੜੀ ਜਿਸ ਦੇ ਵਿੱਚ ਧੁਰ ਤੋਂ ਆਈ ਹੋਈ ਬਾਣੀ ਜਿਹੜੀ ਉਚਾਰਨ ਕਰਦੇ ਨੇ, ਤੇ ਦੂਜੇ ਹੱਥ ਦੇ ਵਿੱਚ ਡਾਂਗ ਵੀ ਫੜੀ ਹੋਈ।
ਉਸੇ ਦਾ ਰੂਪ ਧਾਰਨ ਕਰਦਿਆਂ ਜਿੱਥੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਮੱਲ ਅਖਾੜੇ ਤਿਆਰ ਕਰਵਾਏ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤਖਤ ਦੇ ਉੱਤੇ ਵਿਰਾਜਮਾਨ ਹੋਣ ਸਮੇਂ ਜਦੋਂ ਨੌਜਵਾਨੀ ਦੀ ਮੰਗ ਕੀਤੀ ਵੀ ਸਾਨੂੰ ਵਧੀਆ ਨੌਜਵਾਨ ਸਾਡੇ ਦਰ ਦੇ ਉੱਤੇ ਆਉਣ ਤੇ ਅਸੀਂ ਉਹਨਾਂ ਨੂੰ ਸ਼ਸਤਰ ਵਿੱਦਿਆ ਦੀ ਸਿਖਲਾਈ ਦੇਵਾਂਗੇ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਵੱਲੇ ਜਿਹੜੇ ਮੱਲ ਅਖਾੜੇ ਦੇ ਵਿੱਚ ਤਿਆਰੀ ਹੋਈ ਸੀ ਉਹੀ ਸਿੱਖ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਨੇ ਤੇ ਫਿਰ ਪਾਤਸ਼ਾਹ ਜੀ ਉਹਨਾਂ ਦੇ ਜ਼ਰੀਏ ਹੀ 4 ਜੰਗਾਂ ਲੜਦੇ ਨੇ ਤੇ ਜਿੱਤ ਵੀ ਪ੍ਰਾਪਤ ਕਰਦੇ ਨੇ। ਤੇ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਸੰਤ ਦੇ ਨਾਲ ਨਾਲ ਸਿਪਾਹੀ ਦੀ ਬਿਰਤੀ ਵੀ ਭਰ ਦਿੱਤੀ ਵੀ ਭਲਿਓ ਮਨੁੱਖੋ, ਕੇਵਲ ਤੇ ਕੇਵਲ ਮਾਲਾ ਹੱਥ 'ਚ ਫੜ ਕੇ ਕੁਝ ਨਹੀਂ ਹੋਣਾ, ਕੱਲੀ ਕਿਰਪਾਨ ਫੜ ਕੇ ਵੀ ਹੱਥ ਦੇ ਵਿੱਚ ਕੁਝ ਨਹੀਂ ਹੋਣਾ। ਤੁਹਾਡੇ ਜੀਵਨ ਦੇ ਵਿੱਚ ਸਿਮਰਨ ਬੰਦਗੀ ਵੀ ਹੋਣੀ ਚਾਹੀਦੀ, ਨਾਲ ਹੀ ਨਾਲ ਤੁਸੀਂ ਸ਼ਸਤਰਧਾਰੀ ਵੀ ਹੋਣੇ ਚਾਹੀਦੇ। ਗੁਰੂ ਕਿਰਪਾ ਕਰੇ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਦੇ, ਪਾਤਸ਼ਾਹ ਜੀ ਵੀ ਨਾਮ ਸਿਮਰਨ ਦੀ ਗੱਲ ਕਰਦੇ ਨੇ ਵੀ ਭਲਿਆ ਮਨੁੱਖਾ ਜੀਵਨ ਦੇ ਵਿੱਚ ਬਚਪਨ ਤੋਂ ਹੀ ਬੰਦਗੀ ਵਾਲੇ ਪਾਸੇ ਲੱਗ ਜਾਵੇਗਾ ਤਾਂ ਚੰਗਾ ਰਹੇਗਾ, ਸੌਖਾ ਛੁਟਕਾਰਾ ਹੋ ਜਾਵੇਗਾ, ਜਿਉਂਦੇ ਜੀ ਮੁਕਤੀ ਪ੍ਰਾਪਤ ਕਰ ਲਏਗਾ। ਤੇ ਨਾਲ ਹੀ ਨਾਲ ਆਪਣੇ ਜੀਵਨ ਦੇ ਵਿੱਚ ਸ਼ਸਤਰ ਵੀ ਧਾਰਨ ਕਰੀਏ, ਸ਼ਸਤਰਧਾਰੀ ਹੋਈਏ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।